ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਦ ਬਖਤ ਹਮ ਚੂ ਬਖੀਲ ਗਾਫਿਲ, ਬੇਨਜ਼ਰ ਬੇਬਾਕ, ਨਾਨਕ ਬੁਗੋਯਦ ਜਨ ਤੁਰਾ। ਤੇਰੇ ਚਾਕਰਾਂ ਪਾਖਾਕ, ਨਾਨਕ ਬੁਗੋਯਦ ਜਨ ਤੁਰਾ। ਤੇਰੇ ਚਾਕਰਾਂ ਪਾਖਾਕ। ਵਾਹਿਗੁਰੂ ਜੀ। ਗੁਰਮੁਖ ਸ਼ਬਦ ਸੰਭਾਲ, ਸੁਰਤ ਸੰਭਾਲੀਐ। ਗੁਰਮੁਖ ਨਦਰ ਨਿਹਾਲ, ਨੇਹ ਨਿਹਾਲੀਐ। ਗੁਰਮੁਖ ਸੇਵਾ ਕਾਲ, ਵਿਰਲੇ ਕਾਲੀਐ। ਗੁਰਮੁਖ ਦੀਨ ਦਇਆਲ, ਹੇਤੂ ਹਿਆਲੀਐ। ਗੁਰਮੁਖ ਨਿਭੈ ਨਾਲ, ਗੁਰ ਸਿੱਖ ਪਾਲੀਐ। ਗੁਰਮੁਖ ਰਤਨ ਪਦਾਰਥ ਲਾਲ, ਗੁਰਮੁਖ ਭਾਲੀਐ। ਗੁਰਮੁਖ ਅਕਲ ਅਕਾਲ, ਭਗਤ ਸੁਖਾਲੀਐ। ਗੁਰਮੁਖ ਹੰਸਾਂ ਢਾਲ, ਰਸਿਕ ਰਸਾਲੀਐ। ਗੁਰਮੁਖ ਹੰਸਾਂ ਢਾਲ, ਰਸਿਕ ਰਸਾਲੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸ਼ਹਿਨਸ਼ਾਹ, ਦਾਤਾਰ ਚਵਰ ਛਤਰ ਤਖਤ ਦੇ ਮਾਲਕ ਸਾਹਿਬੇ ਕਮਾਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਖਸ਼ਿਸ਼ ਰਹਿਮਤ ਦੇ ਸਦਕਾ ਜੋ ਭਾਈ ਗੁਰਦਾਸ ਜੀ ਸਾਹਿਬ ਜੀ ਦੀਆਂ ਪਾਵਨ ਵਾਰਾਂ ਦੀ ਲੜੀਵਾਰ ਵਿਚਾਰ ਪ੍ਰਾਰੰਭ ਹੋਈ, ਸੋ ਗੁਰੂ ਰਹਿਮਤ ਦੇ ਨਾਲ ਤੀਸਰੀ ਪਾਵਨ ਵਾਰ ਦੀਆਂ 13 ਪੌੜੀਆਂ ਆਪਾਂ ਪਿਛਲੇ ਦਿਨੀ ਸਰਵਣ ਕੀਤੀਆਂ। ਸੋ ਆਓ 14ਵੀਂ ਪਾਵਨ ਪੌੜੀ ਦੀ ਵਿਚਾਰ ਪ੍ਰਾਰੰਭ ਕਰੀਏ। ਜਿਤਨੇ ਵੀ ਆਪ ਜੀ ਸਰਵਣ ਕਰ ਰਹੇ ਹੋ, ਅਰਦਾਸ ਕਰੋ ਮਾਲਕ ਸਾਹਿਬ ਜੀ ਸਾਨੂੰ ਸਮੱਤ ਦੀ ਦਾਤ, ਮਨ ਦੀ ਇਕਾਗਰਤਾ, ਭਾਉ ਭਾਵਨੀ ਦੀ ਦਾਤ ਬਖਸ਼ ਕੇ ਇਹ ਸੇਵਾ ਕਰਨ ਦਾ ਬਲ ਬਖਸ਼ਣ। ਸੋ ਸਾਹਿਬ ਦੀ ਅਸੀਸ ਦੇ ਪਾਤਰ ਬਣੋ। ਉਚਾਰਨ ਕਰੋ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋ ਪਿਛਲੀ 13ਵੀਂ ਪਾਵਨ ਪੌੜੀ ਦੇ ਅੰਦਰ ਵੀ ਭਾਈ ਸਾਹਿਬ ਜੀ ਨੇ ਜੋ ਸਮਝਾਇਆ ਕਿ ਗੁਰਮੁਖ ਪਿਆਰਾ ਜਿਹੜਾ ਹੈ, ਸਾਧ ਸੰਗਤ ਪਉ ਭਾਓ ਸਹਿਜ ਬੈਰਾਗ ਹੈ। ਸਾਧ ਸੰਗਤ ਦੇ ਵਿੱਚ ਵਸਦੇ ਹਨ ਗੁਰਮੁਖ, ਪ੍ਰੇਮ ਭਾਓ ਗੁਰੂ ਦੇ ਨਾਲ ਪ੍ਰੇਮ ਭਾਵਨਾ ਦੇ ਨਾਲ ਵਿਚਰਦੇ, ਅੰਦਰ ਸਹਿਜ ਵੈਰਾਗ ਆਉਂਦਾ ਹੈ। ਸੋ ਸਾਰੀ ਪੌੜੀ ਦੇ ਅੰਦਰ ਗੁਰਮੁਖਾਂ ਦੇ ਜੀਵਨ ਨੂੰ ਦਰਸਾਇਆ ਹੈ। ਸੋ ਅੱਜ ਦੀ ਇਸ ਪਾਵਨ ਪੌੜੀ ਦੇ ਅੰਦਰ ਵੀ ਗੁਰਮੁਖਾਂ ਦੀ ਸੇਵਾ ਵਿੱਚ ਰਹਿਣ ਦਾ ਫਲ, ਗੁਰਮੁਖਾਂ ਦੀ ਸੇਵਾ ਦੇ ਵਿੱਚ ਜੁੜ ਕਰਕੇ ਜੀਵਨ ਕਿਸ ਮੁਕਾਮ, ਕਿਸ ਉੱਚੇ ਲਕਸ਼ ਨੂੰ ਪ੍ਰਾਪਤ ਕਰਦਾ ਹੈ, ਉਹ ਦ੍ਰਿਸ਼ਟਾਂਤ ਦਿੰਦੇ ਨੇ। ਸੋ ਇਸ ਤਰ੍ਹਾਂ ਅੱਜ ਕਿਰਪਾ ਕਰਦੇ ਹਨ। ਗੁਰਮੁਖ ਸ਼ਬਦ ਸੰਭਾਲ, ਸੁਰਤ ਸੰਭਾਲੀਐ। ਜੋ ਜਗਿਆਸੂ, ਜੋ ਇਨਸਾਨ ਜਾਂ ਆਮ ਜਿਹੜਾ ਮਨੁੱਖ ਹੈ, ਉਹ ਜਦੋਂ ਗੁਰਮੁਖਾਂ ਦੀ ਸੰਗਤ ਦੇ ਵਿੱਚ ਜਾ ਕਰਕੇ ਸ਼ਬਦ ਨੂੰ ਸੰਭਾਲਦਾ ਹੈ, ਗੁਰਮੁਖਾਂ ਸਤਿਪੁਰਖਾਂ ਦੇ ਕੋਲ ਬਹਿ ਕਰਕੇ ਸ਼ਬਦ ਦੇ ਵਿੱਚ ਜੁੜਦਾ ਹੈ, ਸ਼ਬਦ ਨੂੰ ਯਾਦ ਰੱਖਦਾ ਹੈ, ਤਾਂ ਉਹ ਸੁਰਤ ਸੰਭਾਲੀ ਹੈ। ਭਗਵੰਤ ਦੀ ਪ੍ਰੀਤ ਨੂੰ ਹਿਰਦੇ ਦੇ ਵਿੱਚ ਜਦੋਂ ਯਾਦ ਰੱਖਦੇ ਨੇ ਐਸੇ ਪੁਰਖ, ਸਤਿਪੁਰਖਾਂ ਦੀ ਸੰਗਤ ਵਿੱਚ ਜਦੋਂ ਜੁੜ ਜਾਂਦੇ ਹਨ। ਗੁਰਮੁਖ ਨਦਰ ਨਿਹਾਲ, ਨੇਹ ਨਿਹਾਲੀਐ। ਭਾਵ ਕਿ ਗੁਰਮੁਖਾਂ ਦੀ ਨਦਰ ਦੇ ਨਾਲ ਹੀ ਨਿਹਾਲ ਹੋ ਜਾਈਦਾ ਹੈ।
ਗੁਰਮੁਖਾਂ ਦੀ ਦ੍ਰਿਸ਼ਟੀ ਦੇ ਅੰਦਰ, ਉਹਨਾਂ ਦੀ ਨਜ਼ਰ ਦੇ ਅੰਦਰ ਬਹੁਤ ਅਥਾਹ ਸੱਤਿਆ, ਅਥਾਹ ਸ਼ਕਤੀ ਹੈ। ਇਤਿਹਾਸ ਦੇ ਅੰਦਰ ਵੀ ਜਦੋਂ ਗੁਰਮੁਖਾਂ ਦੇ ਜੀਵਨ ਪੜ੍ਹਦੇ ਹਾਂ ਤਾਂ ਦੇਖੋ, ਬਾਬਾ ਅਦਲੀ ਜੀ ਦੀ ਕੇਵਲ ਨਿਗਾਹ ਮਾਤਰ ਪਈ ਹੈ ਤੇ ਭਾਈ ਬਿਧੀ ਚੰਦ ਜੀ ਦਾ ਜੀਵਨ ਜਿਹੜਾ ਉਹ ਬਦਲਦਾ ਹੈ। ਹੋਰ ਵੀ ਐਸੇ ਸਾਧੂਆਂ ਦੇ ਜੀਵਨ ਪੜ੍ਹਦੇ ਹਾਂ ਜਿਨ੍ਹਾਂ ਦੇ ਉਪਦੇਸ਼ ਦੇ ਨਾਲ, ਮਿਹਰ ਦੀ ਨਿਗਾਹ ਦੇ ਨਾਲ ਕਦੀ ਗਣਕਾ ਵਰਗੀ ਵੇਸਵਾ ਜਿਹੜੀ ਸੀ ਉਹਦਾ ਜੀਵਨ ਪਲਟ ਜਾਂਦਾ ਹੈ। ਗੁਰਮੁਖਾਂ ਦੀ ਸੰਗਤ ਦਾ ਹੀ ਮਹਾਤਮ ਇਹ ਫਲ ਸੀ ਕਿ ਸੰਗਲਾਦੀਪ ਦਾ ਰਾਜਾ ਸ਼ਿਵਨਾਭ ਜਿਹੜਾ ਹੈ ਉਹ ਵੀ ਗੁਰੂ ਨਾਨਕ ਦੇ ਦਰਸ਼ਨ ਕਰਨ ਵਾਸਤੇ ਤੜਫ ਉੱਠਦਾ ਹੈ। ਸੋ ਭਾਵ ਕਿ ਜਦੋਂ ਕਿਸੇ ਗੁਰਮੁਖ ਦੇ ਰੂਹਾਨੀਅਤ ਨਾਲ ਭਰੇ ਹੋਏ ਜੀਵਨ ਨੂੰ ਤੱਕੋਗੇ, ਉਹਨੂੰ ਮਾਨੋਗੇ, ਤਾਂ ਉਸ ਰੂਹਾਨੀਅਤ ਨੂੰ ਪ੍ਰਾਪਤ ਕਰਨ ਦੀ ਸਾਡੇ ਅੰਦਰ ਇੱਕ ਜਗਿਆਸਾ, ਇੱਕ ਲਾਲਸਾ ਪੈਦਾ ਹੁੰਦੀ ਹੈ। ਇਸ ਤਰ੍ਹਾਂ ਕਹਿ ਲਈਏ ਕਿ ਜਿਵੇਂ ਕਿਸੇ ਦੇ ਘਰ ਵਿੱਚ ਜਾਈਏ ਤੇ ਉਹਦੇ ਘਰ ਦਾ ਸੁੱਖ ਦੇਖ ਕੇ ਆਪਣੇ ਮਨ ਦੇ ਵਿੱਚ ਕਈ ਵਾਰ ਆਉਂਦਾ, ਇਹ ਸੁੱਖ ਸਾਡੇ ਕੋਲ ਵੀ ਹੋਵੇ। ਅਮੀਰ ਨੂੰ ਦੇਖ ਕੇ ਅਮੀਰ ਬਣਨ ਦਾ ਚਾਅ ਬਣਦਾ ਹੈ, ਉੱਚੇ ਬੰਦੇ ਨੂੰ ਦੇਖ ਕੇ ਉੱਚਾ ਹੋਣ ਦਾ ਚਾਅ ਬਣਦਾ ਹੈ। ਸੋ ਇਸ ਤਰ੍ਹਾਂ ਜਿਸ ਬੱਚੇ ਨੇ ਡਾਕਟਰ ਬਣਨਾ ਹੈ, ਉਹਨੂੰ ਡਾਕਟਰਾਂ ਦੀ ਸੰਗਤ ਕਰਨੀ ਪਏਗੀ, ਡਾਕਟਰਾਂ ਦੀਆਂ ਕਿਤਾਬਾਂ ਪੜ੍ਹਨੀਆਂ ਪੈਣਗੀਆਂ। ਜਿਸ ਨੇ ਫਿਲਾਸਫਰ ਬਣਨਾ ਹੈ, ਉਹਨੂੰ ਵੱਡੇ ਵੱਡੇ ਜਿਹੜੇ ਫਿਲਾਸਫਰ ਨੇ ਉਹਨਾਂ ਦੀਆਂ ਜੀਵਨੀਆਂ ਪੜ੍ਹਨੀਆਂ ਪੈਣੀਆਂ, ਉਹਨਾਂ ਦੇ ਕੋਲ ਬਹਿਣਾ ਪੈਣਾ, ਉਹਨਾਂ ਦੀ ਸੰਗਤ ਮੰਨਣੀ ਪੈਣੀ। ਉਹਦਾ ਕਾਰਨ ਜਿਵੇਂ ਜਿਵੇਂ ਉਹਨਾਂ ਦੀ ਸੰਗਤ ਵਿੱਚ ਰਹੇਗਾ, ਉਹਦੇ ਅੰਦਰ ਵੀ ਉਹ ਚਾਅ ਪੈਦਾ ਹੋਏਗਾ। ਸੋ ਇਸੇ ਤਰ੍ਹਾਂ ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕੀਤੀ, ਗੁਰਮੁਖਾਂ ਦੀ ਰੰਗਤ ਨੂੰ ਦੇਖ ਕੇ, ਉਹਨਾਂ ਦੀ ਚੜ੍ਹਦੀ ਕਲਾ ਵਾਲੇ ਜੀਵਨ ਨੂੰ ਜਦੋਂ ਵੇਖਾਂਗੇ, ਉਹਨਾਂ ਦੇ ਜੀਵਨ ਅੰਦਰ ਬੇਪਰਵਾਹੀ ਜਦੋਂ ਵੇਖਾਂਗੇ, ਜੀਵਨ ਰੂਹਾਨੀਅਤ ਨਾਲ ਭਰਿਆ ਹੋਇਆ ਵੇਖਾਂਗੇ, ਆਤਮਿਕ ਸੁੱਖ ਜਦੋਂ ਵੇਖਾਂਗੇ, ਆਪਣੇ ਆਪ ਮਨ ਦੇ ਵਿੱਚ ਚਾਅ ਆਉਂਦਾ ਹੈ ਕਿ ਸਾਡਾ ਵੀ ਜੀਵਨ ਇਸ ਤਰ੍ਹਾਂ ਦਾ ਹੋਵੇ। ਅਤੇ ਜੇ ਸਾਰਾ ਦਿਨ ਸੰਸਾਰ ਦੇ ਲੋਕਾਂ ਨੂੰ ਵੇਖਾਂਗੇ ਜਿਹੜੇ ਜਦੋਂ ਪੁੱਛ ਲਓ ਕਹਿੰਦੇ ਨੇ ਹਾਏ ਮਰ ਗਏ, ਬੜੇ ਦੁਖੀ ਹਾਂ, ਬਹੁਤ ਚਿੰਤਾਵਾਂ ਨੇ, ਬਸ ਹਰ ਮਨੁੱਖ ਜਿਹੜਾ ਉਹ ਤੜਫਦਾ ਫਿਰਦਾ ਹੈ। ਜਿਹਨੂੰ ਬਾਣੀ ਅੰਦਰ ਆਪਾਂ ਬਚਨ ਪੜ੍ਹਦੇ ਹਾਂ, ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਨਾਨਕ ਦੁਖੀਆ ਸਭ ਸੰਸਾਰ। ਜੇ ਦੁਖੀ ਲੋਕਾਂ ਨੂੰ ਸਾਰਾ ਦਿਨ ਵੇਖਾਂਗੇ ਤੇ ਫਿਰ ਮਨ ਦੇ ਵਿੱਚ ਦੁਖੀਆਂ ਵਾਲੇ ਭਾਵ ਹੀ ਵਸਣਗੇ। ਸੋ ਇਸ ਕਰਕੇ ਭਾਈ ਗੁਰਦਾਸ ਜੀ ਇੱਥੇ ਕਹਿੰਦੇ ਗੁਰਮੁਖਾਂ ਦੀ ਸੰਗਤ ਕਰ। ਇਹਦੇ ਨਾਲ ਕੀ ਹੁੰਦਾ ਹੈ, ਮਨ ਦੇ ਵਿੱਚ ਸ਼ਬਦ ਵਸਦਾ ਹੈ। ਸ਼ਬਦ ਨੂੰ ਯਾਦ ਕਰ, ਸੰਭਾਲ ਪਿਆਰੇ ਦੀ ਉਸ ਯਾਦ ਨੂੰ। ਤੇ ਗੁਰਮੁਖਾਂ ਦੀ ਇੱਕ ਮਿਹਰ ਦੀ ਨਿਗਾਹ ਜਦੋਂ ਕਿਤੇ ਸਵੱਲੀ ਨਿਗਾਹ ਉੱਤੇ ਪੈ ਜਾਵੇ, ਸਤਿਪੁਰਖਾਂ ਦੀ ਨਦਰ ਦੇ ਨਾਲ ਹੀ ਨਦਰੀ ਨਦਰ ਨਿਹਾਲ ਹੋ ਜਾਈਦਾ ਹੈ। ਸੋ ਇਸ ਤਰ੍ਹਾਂ ਫਿਰ ਜ਼ਿਕਰ ਕਰਕੇ ਸਮਝਾਉਂਦੇ, ਗੁਰਮੁਖ ਸੇਵਾ ਕਾਲ ਵਿਰਲੇ ਕਾਲੀਐ। ਸੋ ਗੁਰਮੁਖਾਂ ਦੀ ਸੇਵਾ ਦੀ ਕਾਲ ਕਮਾਈ ਜਿਹੜੀ ਹੈ ਨਾ, ਇਹ ਕਿਸੇ ਵਿਰਲੇ ਨੇ ਕਾਲੀ ਹੈ। ਭਾਵ ਸਾਧੂ ਦੇ ਕੋਲ, ਕਿਸੇ ਗੁਰਸਿੱਖ ਮਹਾਤਮਾ ਦੇ ਕੋਲ ਰਹਿ ਕੇ ਸੇਵਾ ਕਰਨੀ ਬੜੀ ਕਠਿਨ ਹੈ। ਉੱਥੇ ਉਹਦੇ ਬੋਲਾਂ ਨੂੰ ਵੀ ਸਹਾਰਨਾ ਪੈਂਦਾ, ਉਹਦੀ ਡਾਂਟ ਵੀ ਸਹਾਰਨੀ ਪੈਂਦੀ ਹੈ, ਉਹਦੀ ਕਈ ਦਫਾ ਮਾਰ ਵੀ ਸਹਾਰਨੀ ਪੈਂਦੀ, ਇੰਜ ਕਹਿ ਲਓ ਉਹਦੀਆਂ ਝਿੜਕਾਂ ਵੀ ਸਹਾਰਨੀਆਂ ਪੈਂਦੀਆਂ। ਹੁਣ ਜਿਸ ਮਨੁੱਖ ਨੇ ਕਦੀ ਕਿਸੇ ਦੀ ਜ਼ੁਬਾਨ ਤੋਂ ਓਏ ਸ਼ਬਦ ਨਾ ਸੁਣਿਆ ਹੋਵੇ, ਉਹ ਕਿਸੇ ਸਾਧੂ ਕੋਲ ਰਹਿ ਕੇ ਉਹਦੀਆਂ ਝਿੜਕਾਂ ਕਿੱਥੋਂ ਸਹਾਰ ਲਏਗਾ। ਸੋ ਇਸ ਤਰ੍ਹਾਂ ਗੁਰਮੁਖਾਂ ਦੇ ਕੋਲ ਰਹਿ ਕੇ ਉਹਨਾਂ ਦੀ ਸੇਵਾ ਘੱਲਣੀ ਜਿਹੜੀ ਉਹ ਬੜੀ ਮੁਸ਼ਕਲ ਹੈ। ਗੁਰੂ ਦੀ ਸੇਵਾ ਘੱਲਣੀ ਵੀ ਮੁਸ਼ਕਲ ਹੈ, ਪਰ ਇਹ ਮੈਂ ਜ਼ਰੂਰ ਬੇਨਤੀ ਕਰਾਂ, ਮੁਸ਼ਕਲ ਹੈ, ਅਸੰਭਵ ਨਹੀਂ ਹੈ। ਜੇ ਮਨ ਮਾਰ ਕੇ ਸਾਧੂਆਂ ਦੀ ਸੰਗਤ ਵਿੱਚ ਬਹਿ ਜਾਵਾਂਗੇ ਤੇ ਬੜਾ ਕੁਝ ਜੀਵਨ ਨੂੰ ਸਿੱਖਣ ਵਾਸਤੇ ਮਿਲਦਾ ਹੈ। ਸੋ ਇਸ ਲਈ ਭਾਈ ਸਾਹਿਬ ਕਹਿੰਦੇ ਗੁਰਮੁਖਾਂ ਦੀ ਸੇਵਾ ਕਾਲ ਜਿਹੜੀ ਉਹ ਬੜੀ ਕਠਿਨ ਹੈ ਤੇ ਵਿਰਲੇ ਵਿਰਲੇ ਘਾਲਦੇ ਨੇ। ਇਹ ਨਹੀਂ ਕਿ ਕਿਸੇ ਨੇ ਅੱਜ ਤੱਕ ਇਹ ਸੇਵਾ ਨੂੰ ਕਮਾਇਆ ਹੀ ਨਹੀਂ, ਪਰ ਵਿਰਲੇ ਹਨ, ਕਮਾਉਂਦੇ ਨੇ ਪਰ ਵਿਰਲੇ ਹਨ, ਬਹੁਤ ਥੋੜ੍ਹੀ ਗਿਣਤੀ ਵਿੱਚ ਹਨ। ਗੁਰਮੁਖ ਦੀਨ ਦਇਆਲ ਹੇਤ ਹਿਆਲੀਐ। ਗੁਰਮੁਖ ਜਿਹੜੇ ਹਨ, ਗੁਰੂ ਕੇ ਪਿਆਰੇ ਜਿਹੜੇ ਹਨ, ਉਹ ਸਦਾ ਦਇਆਲੂ ਹਨ। ਉਹ ਸਦਾ ਇੱਕ ਤਾਂ ਦੀਨ ਦਇਆਲ, ਕਿਰਪਾਲੂ ਦਿਆਲੂ ਹਨ, ਫਿਰ ਦੀਨ ਧਰਮ ਵਾਲੇ ਹਨ, ਫਿਰ ਮਨ ਕਰਕੇ ਦੀਨ। ਦੀਨ ਦਾ ਅਰਥ ਗਰੀਬ ਵੀ ਹੁੰਦਾ। ਉਹ ਆਪਣੇ ਮਨ ਕਰਕੇ ਬੜੀ ਗਰੀਬੀ ਵਿੱਚ ਰਹਿੰਦੇ ਨੇ, ਪਰ ਹੈਨ ਚੜ੍ਹਦੀ ਕਲਾ ਦੇ ਵਿੱਚ। ਮਨ ਦੀ ਨਿਮਰਤਾ, ਮਨ ਦੀ ਗਰੀਬੀ ਵਿੱਚ ਰਹਿੰਦੇ, ਪਰ ਸੱਤਾ ਕੋਲ ਇੰਨੀ ਹੈ। ਜਿਸ ਤਰ੍ਹਾਂ ਭਗਤਾਂ ਦੇ ਜੀਵਨ ਪੜ੍ਹੀਏ ਤਾਂ ਗੁਰੂ ਸਾਹਿਬ ਭਗਤ ਨਾਮਦੇਵ ਜੀ ਨੂੰ ਕਹਿੰਦੇ ਕਿ ਨਾਮਦੇਵ ਤੂੰ ਇੱਕ ਦਫਾ ਕਹਿ ਤੇ ਸਹੀ, ਕਹੇ ਤਾਂ ਧਰਨ ਏਕੋਡੀ ਕਰੋ। ਜਦੋਂ ਅਸੀਂ ਸਰਮੱਧ ਫਕੀਰ ਦਾ ਜੀਵਨ ਪੜ੍ਹਦੇ ਹਾਂ, ਇੰਨੀ ਕੁ ਸੱਤਿਆ ਹੈ
ਕਿ ਜਿਸ ਵੇਲੇ ਆਇਆ ਹੋਇਆ ਦੂਸਰੇ ਮੁਲਕ ਤੋਂ ਦੂਤ ਉਹ ਸਵਾਲ ਕਰਦਾ ਹੈ ਕਿ ਭਾਣਾ ਕੀ ਹੈ, ਤੇ ਸਰਮੱਧ ਫਕੀਰ ਜਵਾਬ ਦਿੰਦਾ ਉਹਦੀ ਰਜ਼ਾ 'ਚ ਰਹਿਣਾ ਭਾਣਾ ਇਸ ਤਰ੍ਹਾਂ ਹੈ ਕਿ ਜੇ ਤੂੰ ਦੇਖਦਾ ਪਿਆ ਮੇਰੇ ਕੋਲ ਇੰਨੀ ਸ਼ਕਤੀ ਹੈ, ਮੈਂ ਚਾਹਾਂ ਤੇ ਧਰਤੀ ਇਹ ਸਾਰਾ ਦਿੱਲੀ ਦਾ ਤਖਤ ਜਿਹੜਾ ਇੱਕ ਛਿਣ ਦੇ ਵਿੱਚ ਮੁੱਧਾ ਕਰ ਸਕਦਾ, ਪਰ ਨਹੀਂ, ਫਿਰ ਵੀ ਮੈਂ ਔਰੰਗੇ ਦੀ ਇਸ ਜੇਲ੍ਹ ਦੇ ਵਿੱਚ ਸਜ਼ਾ ਭੋਗ ਰਿਹਾ। ਸੋ ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਦਰ ਦੀ ਨਿਮਰਤਾ ਇੱਕ ਬਚਨ ਦੇ ਨਾਲ ਇਹ ਬ੍ਰਹਿਮੰਡ ਨੂੰ ਪਲਟਾ ਕੇ ਰੱਖ ਸਕਦੇ ਨੇ, ਪਰ ਫਿਰ ਵੀ ਤਤੀ ਤਵੀ ਦੇ ਉੱਤੇ ਬਹਿ ਕੇ ਸ਼ਬਦ ਕਹਿ ਰਹੇ ਨੇ, ਉਲਾਹਨੋ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀਓ। ਬਚਨ ਕਹਿ ਰਹੇ ਨੇ, ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਸੋ ਗੁਰੂ ਅੰਦਰ ਵੀ ਇੰਨੀ ਨਿਮਰਤਾ ਹੈ, ਤੇ ਜਿਹੜਾ ਗੁਰਸਿੱਖ ਹੈ, ਗੁਰੂ ਕਾ ਪਿਆਰਾ ਹੈ, ਉਹ ਵੀ ਹਮੇਸ਼ਾ ਦੀਨ ਮਨ ਹੋ ਕੇ ਰਹਿੰਦਾ ਹੈ, ਪਰ ਉਹਦੇ ਅੰਦਰ ਸੱਤਿਆ ਬੜੀ ਹੈ। ਇਸ ਲਈ ਭਾਈ ਸਾਹਿਬ ਕਹਿੰਦੇ ਉਹ ਸਦਾ ਦਇਆਲੂ ਹੈ ਤੇ ਹੇਤ ਨਿਹਾਲੀ ਹੈ। ਉਹ ਸਦਾ ਆਪਣੇ ਹਿਰਦੇ ਦੇ ਵਿੱਚ ਪ੍ਰੇਮ ਰੱਖਦਾ ਹੈ, ਦਿਲੀ ਮੁਹੱਬਤ ਰੱਖਦਾ ਹੈ ਸਾਰਿਆਂ ਦੇ ਪ੍ਰਤੀ, ਲੋਕਾਈ ਦੇ, ਗਰੀਬਾਂ ਦੇ, ਆਮ ਮਨੁੱਖਤਾ ਦੇ ਪ੍ਰਤੀ ਦਿਲ ਵਿੱਚ ਬੜੀ ਹਮਦਰਦੀ ਰੱਖਦਾ ਹੈ ਜੋ ਗੁਰਮੁਖ ਹੈ। ਇਸ ਲਈ ਸ਼ਾਇਦ ਗੋਸਵਾਮੀ ਤੁਲਸੀਦਾਸ ਨੇ ਜਦੋਂ ਕਿਹਾ ਸੀ ਕਿ ਮੱਖਣ ਜਿਹੜਾ ਹੈ ਉਹਨੂੰ ਆਪ ਸੇਕ ਲੱਗੇ ਉਹ ਤਾਂ ਪਿੰਗਲਦਾ, ਪਰ ਸਾਧੂ ਗੁਰਮੁਖ ਸੰਤ ਦੂਜੇ ਨੂੰ ਸੇਕ ਲੱਗੇ ਤਾਂ ਪਿੰਗਲ ਜਾਂਦੇ ਹਨ। ਸੋ ਭਾਈ ਸਾਹਿਬ ਇੱਥੇ ਕਹਿੰਦੇ ਨੇ ਉਹ ਸਦਾ ਦਇਆਲੂ ਤੇ ਪ੍ਰੇਮ ਦੇ ਹਿਰਦੇ ਦੇ ਮਾਲਕ ਹਨ। ਗੁਰਮੁਖ ਨਿਭੈ ਨਾਲ ਗੁਰਸਿੱਖ ਪਾਲੀਐ। ਗੁਰਮੁਖ ਸਦਾ ਨਾਲ ਨਿਭਦੇ ਨੇ ਤੇ ਆਪਣੇ ਕਹੇ ਹੋਏ ਬਚਨਾਂ ਨੂੰ ਵੀ ਪਾਲਦੇ ਹਨ, ਤੇ ਫਿਰ ਅੰਤ ਤੱਕ ਗੁਰੂ ਦੀ ਸਿੱਖਿਆ ਨੂੰ ਪਾਲਦੇ ਹਨ। ਗੁਰਸਿੱਖ ਪਾਲੀ ਹੈ, ਗੁਰੂ ਕੀ ਸਿੱਖਿਆ ਨੂੰ ਪਾਲਦੇ ਨੇ। ਆਮ ਜਿਹੜੇ ਆਪਾਂ ਲੋਕ ਆਪਾਂ ਕਈ ਵਾਰ ਸਿੱਖਿਆ ਲੈ ਕੇ 4 ਕੁ ਦਿਨ ਸਿੱਖਿਆ ਪਾਲਦੇ। ਕਿਸੇ ਸਾਧੂ ਨੇ, ਗੁਰਮੁਖ ਨੇ ਕਹਿ ਦਿੱਤਾ ਕਿ ਤੁਸੀਂ ਰੋਜ਼ ਸੁਖਮਣੀ ਸਾਹਿਬ ਦਾ ਪਾਠ ਕਰਿਆ ਕਰੋ। ਆਪਾਂ 4 ਕੁ ਦਿਨ ਕਰਦੇ ਹਾਂ, ਉਸ ਤੋਂ ਬਾਅਦ ਫਿਰ ਖਤਮ। ਜਦੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ, ਸਾਨੂੰ ਗੁਰਮੰਤਰ ਮੂਲ ਮੰਤਰ ਦੀ ਬਖਸ਼ਿਸ਼ ਹੁੰਦੀ, ਨਿਤਨੇਮ ਕਰਨ ਦਾ ਹੁਕਮ ਹੁੰਦਾ, ਤਾਂ ਕੋਈ 6 ਮਹੀਨੇ ਕੋਈ ਸਾਲ ਕਰਕੇ ਬਾਅਦ ਵਿੱਚ ਚੁੱਪ ਕਰ ਜਾਂਦੇ ਨੇ। ਸਾਰੇ ਐਸੇ ਨਹੀਂ, ਕਈ ਸਾਰੇ ਜੀਵਨ ਕਰਦੇ ਨੇ। ਪਰ ਜਿਹੜਾ ਜ਼ਿਕਰ ਕਰਾਂ, ਜੋ ਗੁਰਮੁਖ ਹੈ ਉਹ ਗੁਰੂ ਦੀ ਸਿੱਖਿਆ ਨੂੰ ਆਖਰੀ ਸਾਹਾਂ ਤੱਕ ਪਾਲਦਾ ਹੈ। ਫਿਰ ਗੁਰਮੁਖ ਸਾਧੂ ਸਤਪੁਰਖ ਜਿਹੜਾ ਹੈ ਉਹਦੀ ਸੰਗਤ ਦਾ ਇੰਨਾ ਫਲ ਹੈ ਕਿ ਉਹ ਜੋ ਦੀ ਸੰਗਤ ਦੇ ਵਿੱਚ ਆਇਆ ਨਿਭ ਹੈ ਨਾਲ, ਇੱਥੇ ਵੀ ਉਹਦੇ ਨਾਲ ਖੜਦਾ ਹੈ। ਜਿਵੇਂ ਸੰਸਾਰ ਵਿੱਚ ਆਪਾਂ ਕਹਿੰਦੇ ਹਾਂ ਫਲਾਣਾ ਮੇਰਾ ਮਿੱਤਰ ਐਸਾ ਹੈ, ਹਰ ਦੁੱਖ ਸੁੱਖ ਦੇ ਵਿੱਚ ਮੇਰੇ ਨਾਲ ਛਾਤੀ ਤਾਣ ਕੇ ਖੜਦਾ। ਜੇ ਮੇਰੇ ਤੇ ਕੋਈ ਦੁੱਖ ਕੋਈ ਭੀੜ ਆਉਂਦੀ, ਹਰ ਮੁਸ਼ਕਲ ਵਿੱਚ ਮੇਰੇ ਨਾਲ ਖੜਦਾ। ਸੰਸਾਰ ਦੇ ਮਿੱਤਰ ਸਾਥੀ ਠੀਕ ਹੈ, ਸੰਸਾਰ ਵਿੱਚ ਕੋਈ ਲੜਾਈ ਝਗੜਾ ਹੋ ਗਿਆ, ਕੋਈ ਦੁੱਖ ਤਕਲੀਫ ਆਈ, ਤੁਹਾਡੇ ਨਾਲ ਖੜਨਗੇ, ਪਰ ਉਸ ਪਰਲੋਕ ਦੇ ਵਿੱਚ ਕੋਈ ਸਾਡੇ ਨਾਲ ਨਹੀਂ ਖੜੇਗਾ। ਇਹ ਮਿੱਤਰ ਪਿਆਰੇ ਸਾਰੇ ਇੱਥੇ ਹੀ ਸਾਥ ਛੱਡਦੇ ਨੇ। ਪਰ ਜਦੋਂ ਗੁਰਮੁਖਾਂ ਦੀ ਬਾਤ ਪੈਂਦੀ ਹੈ ਤਾਂ ਗੁਰੂ ਅਰਜਨ ਦੇਵ ਮਹਾਰਾਜ ਇੱਕ ਬਚਨ ਕਹਿੰਦੇ ਸਾਕਤ ਸਿਉ ਮੁਖ ਜੋਰਿਐ ਅਧ ਵਿੱਚੋਂ ਟੂਟੈ, ਹਰ ਜਨ ਕੀ ਸੇਵਾ ਜੋ ਕਰੇ ਇਤ ਉਤਹਿ ਛੂਟੈ। ਜਿਹੜਾ ਹਰੀ ਦੇ ਪਿਆਰਿਆਂ ਦੀ ਸੇਵਾ ਕਰਦਾ, ਹਰੀ ਦੇ ਪਿਆਰੇ ਇੱਥੇ ਤੇ ਉੱਥੇ ਉਹਦੇ ਨਾਲ ਖੜਦੇ ਨੇ ਤੇ ਉਹਨੂੰ ਛਡਾ ਲੈਂਦੇ ਹਨ। ਸੋ ਭਾਈ ਸਾਹਿਬ ਵੀ ਇਹੀ ਜ਼ਿਕਰ ਕਰਦੇ ਨੇ, ਉਹ ਗੁਰਮੁਖ ਸਦਾ ਆਪਣੇ ਕੋਲ ਆਏ ਜਗਿਆਸੂਆਂ ਦੇ ਨਾਲ ਖੜਦੇ ਨੇ, ਗੁਰੂ ਕੀ ਸਿੱਖਿਆ ਨੂੰ ਪਾਲਦੇ ਤੇ ਦੂਜਿਆਂ ਨੂੰ ਪਾਲਣ ਦਾ ਉਪਦੇਸ਼ ਦਿੰਦੇ। ਰਤਨ ਪਦਾਰਥ ਲਾਲ ਗੁਰਮੁਖ ਪਾਲੀਐ। ਤੇ ਗੁਰਮੁਖ ਪਿਆਰੇ ਜਿਹੜੇ ਹਨ ਉਹ ਵੈਰਾਗ ਰੂਪੀ ਰਤਨ, ਪ੍ਰੇਮ ਰੂਪੀ ਲਾਲ ਆਦਿਕ ਗੁਰਮੁਖਾਂ ਦੇ ਪਾਸ ਇਹ ਸਾਰਾ ਖਜ਼ਾਨਾ ਹੈ। ਤੇ ਸਾਨੂੰ ਇੱਥੇ ਇਸ਼ਾਰਾ ਕਰਕੇ ਕਹਿੰਦੇ, ਜਿਵੇਂ ਪ੍ਰਾਰੰਭਤਾ ਤੇ ਕਿਹਾ ਸੀ ਗੁਰਮੁਖਾਂ ਦੀ ਸੰਗਤ ਕਰੋ, ਤਾਂ ਭਾਈ ਸਾਹਿਬ ਕਹਿੰਦੇ ਇੰਜ ਗੁਰਮੁਖ ਭਾਲੀ ਹੈ। ਗੁਰਮੁਖਾਂ ਦੇ ਕੋਲ ਜਾ ਕੇ ਪ੍ਰੇਮ ਨੂੰ ਲੱਭੋ, ਉਹਨਾਂ ਦੇ ਕੋਲੋਂ ਵੈਰਾਗ ਰੂਪੀ ਰਤਨ ਪ੍ਰਾਪਤ ਕਰੋ, ਪ੍ਰੇਮ ਰੂਪੀ ਲਾਲ ਪ੍ਰਾਪਤ ਕਰੋ, ਕਿਉਂਕਿ ਉਹਨਾਂ ਦੇ ਕੋਲੇ ਖਜ਼ਾਨਾ ਹੈ। ਫਿਰ ਗੁਰਮੁਖ ਭਾਲੀ ਹੈ, ਪਹਿਲਾਂ ਗੁਰਮੁਖਾਂ ਦੀ ਖੋਜ ਕਰੋ। ਜਿਵੇਂ ਸਾਧਨਾ ਪੁਰ ਮਾਹੇ, ਸਾਧੂ ਜਿਹੜਾ ਉਹ ਜੰਗਲ, ਸਾਧੂ ਜਿਹੜਾ ਨਗਰ ਨਗਰ ਦੇ ਵਿੱਚ ਨਹੀਂ ਹੁੰਦਾ, ਇਸੇ ਤਰ੍ਹਾਂ ਗੁਰਮੁਖ ਵੀ ਹਰ ਘਰ ਦੇ ਵਿੱਚ ਨਹੀਂ ਹੈ। ਕਹਿਣ ਨੂੰ ਸ਼ਬਦ ਅਸੀਂ ਵੀ ਕਹਿ ਦਿੰਦੇ, ਅਸੀਂ ਗੁਰਮੁਖ, ਗੁਰਮੁਖਾਂ ਦੀ ਸੰਗਤ, ਗੁਰਮੁਖ ਪਿਆਰੇ, ਕਈ ਵਾਰ ਆਪਾਂ ਪਿਆਰ ਨਾਲ ਸ਼ਬਦ ਵਰਤਦੇ ਨੇ, ਆਓ ਜੀ ਗੁਰਮੁਖੋ ਕੀ ਹਾਲ ਹੈ। ਗੁਰਮੁਖ ਸ਼ਬਦ, ਦਾਸ ਸ਼ਬਦ ਕਹਿਣ ਮਾਤਰ ਵਿੱਚ ਬਹੁਤ ਛੋਟਾ ਜਿਹਾ ਪ੍ਰਤੀਤ ਹੁੰਦਾ ਹੈ, ਪਰ ਸੱਚਾਈ ਇਹ ਹੈ ਕਿ ਇਸ ਸ਼ਬਦ ਨੂੰ ਕਮਾਉਂਦਿਆਂ ਇੱਕ ਜਨਮ ਦੀ ਗੱਲ ਛੱਡੋ, ਕਈ ਜਨਮ ਕਈ ਵਾਰ ਲੱਗ ਜਾਂਦੇ। ਸੋ ਜ਼ਿਕਰ ਇਹ ਹੈ ਕਿ ਜਿਵੇਂ ਸਾਧੂ ਹਰ ਥਾਂ ਤੇ ਨਹੀਂ, ਗੁਰਮੁਖ ਵੀ ਹਰ ਘਰ ਦੇ ਵਿੱਚ ਨਹੀਂ ਹੁੰਦਾ।
ਸੋ ਖੈਰ ਭਾਈ ਸਾਹਿਬ ਇਸ ਲਈ ਕਹਿੰਦੇ ਗੁਰਮੁਖ ਭਾਲੀ ਹੈ, ਪਹਿਲਾਂ ਤੇ ਗੁਰਮੁਖਾਂ ਨੂੰ ਭਾਲ ਖੋਜ, ਕੋਈ ਰੰਗ ਰਤੜੇ ਸਾਧੂ, ਕੋਈ ਰੰਗ ਰਤੜੇ ਗੁਰਮੁਖ ਪਿਆਰੇ ਮਿਲ ਜਾਣ, ਫਿਰ ਉਹਨਾਂ ਦੇ ਕੋਲ ਬਹਿ ਕੇ ਐਵੇਂ ਸੰਸਾਰ ਦੀ ਝੱਖ ਨਾ ਮਾਰੀ। ਬੇਨਤੀ ਕਰਾਂ, ਕਦੀ ਵੀ ਕੋਈ ਰੰਗ ਰਤੜਾ ਮਿਲ ਜਾਏ, ਕੋਈ ਗੁਰਮੁਖ, ਕੋਈ ਸਾਧੂ ਫਕੀਰ, ਗੁਰੂ ਨਾਲ ਪ੍ਰੇਮ ਕਰਨ ਵਾਲਾ, ਉਹਦੇ ਕੋਲ ਬਹਿ ਕੇ ਸੰਸਾਰ ਦੀ ਝੱਖ ਨਹੀਂ ਮਾਰਨੀ ਚਾਹੀਦੀ ਕਿ ਲੋਕ ਆਹ ਕਰਦੇ ਨੇ, ਦੁਨੀਆ ਇਸ ਤਰ੍ਹਾਂ ਹੈ ਜੀ, ਲੋਕ ਇਸ ਤਰ੍ਹਾਂ ਹੈ। ਇਹ ਸਮੇਂ ਬਹੁਤ ਘੱਟ ਮਿਲਦੇ ਨੇ, ਐਸੇ ਪਿਆਰੇ ਬਹੁਤ ਘੱਟ ਮਿਲਦੇ ਨੇ। ਜੇ ਮਾਲਕ ਕਦੀ ਜ਼ਿੰਦਗੀ 'ਚ ਘੜੀ ਮਾਤਰ ਸਮਾਂ ਦਵੇ, ਕੋਈ ਰੱਬ ਦੇ ਘਰ ਦੀ ਗੱਲ ਪੁੱਛ ਲਿਆ ਕਰੋ, ਕੋਈ ਰੱਬ ਦੇ ਘਰ ਦਾ ਰਾਹ ਪੁੱਛ ਲਿਆ ਕਰੋ ਉਹਨਾਂ ਤੋਂ। ਕਈ ਵਾਰ ਉਹਨਾਂ ਦੇ ਦੱਸੇ ਹੋਏ ਸੁਖੈਨ ਮਾਰਗ ਦੇ ਉੱਤੇ ਚੱਲ ਕੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸੋ ਇਸ ਲਈ ਇੱਥੇ ਭਾਈ ਸਾਹਿਬ ਜ਼ਿਕਰ ਕਰਕੇ ਕਹਿੰਦੇ ਨੇ ਗੁਰਮੁਖਾਂ ਨੂੰ ਭਾਲੀਏ ਅਤੇ ਉਹਨਾਂ ਦੇ ਕੋਲ ਰਹਿ ਕੇ ਇਹ ਰਤਨ ਅਤੇ ਇਹ ਲਾਲ ਜਿਹੜੇ ਇਹਨਾਂ ਨੂੰ ਟੋਲਣਾ ਕਰੀਏ, ਲੱਭਣਾ ਕਰੀਏ। ਗੁਰਮੁਖ ਅਕਲ ਅਕਾਲ ਭਗਤ ਸੁਖਾਲੀ ਹੈ, ਕਿਉਂਕਿ ਗੁਰਮੁਖ ਪਿਆਰੇ ਜਿਹੜੇ ਹਨ ਅਕਾਲ, ਉਹ ਕਲਪਨਾ ਤੋਂ ਰਹਿਤ ਹਨ ਅਤੇ ਅਕਾਲ ਅਮਰ ਹਨ। ਕਲਪਨਾ ਤੋਂ, ਉਹ ਕਲਪਨਾ ਨਹੀਂ ਕਰਦੇ। ਆਪਾਂ ਤੇ ਸਾਰਾ ਦਿਨ ਕਲਪਨਾ ਦੇ ਵਿੱਚ ਹੀ ਜਿਉਂਦੇ ਹਾਂ। ਕਲਪਨਾ ਕਰਨੀ, ਜੋ ਹੈ ਨਹੀਂ ਉਹਦੀ ਕਲਪਨਾ ਕੀਤੀ ਜਾ ਰਹੀ ਹੈ। ਜਿਵੇਂ ਆਪਾਂ ਕਹਿੰਦੇ ਆਹ ਫਲਾਣੀ ਚੀਜ਼, ਆਹ ਫਲਾਣੀ ਤਸਵੀਰ ਕਲਪਨਾ ਨਾਲ ਬਣਾਈ ਹੈ, ਇਹ ਦ੍ਰਿਸ਼ ਦੇਖਿਆ ਨਹੀਂ ਕਦੀ ਕਿਸੇ ਨੇ। ਆਹ ਫਲਾਣਾ ਗੀਤ ਉਹਨੇ ਕਲਪਨਾ ਕੀਤੀ ਹੈ, ਧਰਤੀ ਇਸ ਤਰ੍ਹਾਂ ਦੀ ਹੋਵੇ। ਫਲਾਣੇ ਸ਼ਾਇਰ ਨੇ, ਕਿਸੇ ਰਾਈਟਰ ਨੇ, ਕਿਸੇ ਲੇਖਕ ਨੇ ਕਲਪਨਾ ਦੇ ਵਿੱਚ ਕੁਝ ਕਹਾਣੀਆਂ ਲਿਖੀਆਂ, ਉਹ ਹੋਈਆਂ ਨਹੀਂ ਧਰਤੀ 'ਤੇ, ਪਰ ਉਹਦੀ ਕਲਪਨਾ ਨੇ ਉਹਨਾਂ ਨੂੰ ਉਕਰ ਦਿੱਤਾ। ਸੋ ਅਸੀਂ ਕਲਪਨਾ ਦੇ ਵਿੱਚ ਜਿਉਂਦੇ ਹਾਂ। ਕਈ ਵਾਰ ਆਪਣੀ ਰੋਜ਼ਮਰਾ ਜ਼ਿੰਦਗੀ ਵਿੱਚ ਜੋ ਹਾਲੇ ਸਾਨੂੰ ਪ੍ਰਾਪਤ ਨਹੀਂ ਹੋਇਆ, ਜਿਸ ਸ਼ਹਿਰ ਆਪਾਂ ਗਏ ਨਹੀਂ, ਜਿਸ ਮੁਲਕ ਆਪਾਂ ਗਏ ਨਹੀਂ, ਕਈ ਵਾਰ ਉਹਦੀ ਕਲਪਨਾ ਕਰਦੇ ਰਹਿੰਦੇ ਹਾਂ। ਉਹ ਇਸ ਤਰ੍ਹਾਂ ਦਾ ਹੋਏਗਾ, ਮੈਂ ਉੱਥੇ ਜਾਵਾਂਗਾ, ਇੰਜ ਕਰਾਂਗਾ, ਇਸ ਤਰ੍ਹਾਂ ਰਹਾਂਗਾ, ਆਹ ਕਰਾਂਗਾ, ਉਹ ਕਰਾਂਗਾ। ਇਹ ਸਾਰੀਆਂ ਕਲਪਨਾ ਨੇ ਜੋ ਮਨ ਦੇ ਵਿੱਚ ਰੋਜ਼ ਆਪਾਂ ਮਹਿਲ ਬਣਾਉਂਦੇ ਹਾਂ। ਪਰ ਗੁਰਮੁਖ ਕਦੀ ਕੋਈ ਕਲਪਨਾ ਨਹੀਂ ਕਰਦੇ, ਮੈਂ ਕੱਲ੍ਹ ਨੂੰ ਇੰਜ ਕਰਾਂਗਾ, ਫਿਰ ਇੰਜ ਦਿਨ ਲੰਘੇਗਾ, ਆਹ ਹੋ ਜੂ, ਆਹ ਹੋ ਜੂ। ਉਹ ਕਲਪਨਾ ਤੋਂ ਰਹਿਤ ਹਨ, ਉਹ ਅਕਾਲ ਹਨ, ਅਮਰ ਹਨ। ਅਤੇ ਉਹਨਾਂ ਦੀ ਭਗਤੀ ਜਿਹੜੀ ਹੈ, ਭਗਤ ਸੁਖਾਲੀ ਹੈ। ਉਹਨਾਂ ਦੀ ਭਗਤੀ ਜਿਹੜੀ ਉਹ ਸੁੱਖਾਂ ਦਾ ਘਰ ਹੈ। ਭਾਵ ਇੱਕ ਤਾਂ ਉਹਨਾਂ ਦੀ ਭਗਤੀ ਸੁਖਾਲੀ ਹੈ, ਸੁੱਖ ਦੇਣ ਵਾਲੀ, ਸੌਖਾ ਰਾਹ ਹੈ। ਗੁਰਮੁਖਾਂ ਦੇ ਕੋਲ ਬੜੇ ਤਰੀਕੇ ਹਨ। ਇੰਜ ਕਹਿ ਲਈਏ, ਜਿਵੇਂ ਖੁਦ ਇੱਕ ਬੱਚਾ ਕਿਤਾਬ ਲੈ ਕੇ ਪੜ੍ਹ ਰਿਹਾ ਹੈ, ਮੈਥ ਉਹਦੇ ਕੋਲ ਹੈ, ਮੈਥ ਪੜ੍ਹ ਰਿਹਾ ਹੈ, ਪਰ ਉਹਨੂੰ ਸਮਝ ਨਹੀਂ ਆ ਰਹੀ। ਉਹੀ ਸਵਾਲ ਜਦੋਂ ਆਪਣੇ ਟੀਚਰ ਨੂੰ ਦੱਸਦਾ ਅਤੇ ਉਹਦਾ ਅਧਿਆਪਕ ਟੀਚਰ ਜਿਹੜਾ ਹੈ, ਉਹ ਬੋਰਡ ਦੇ ਉੱਤੇ ਲਿਖ ਕੇ ਬੜੇ ਸੌਖੇ ਤਰੀਕੇ ਨਾਲ ਉਹਦਾ ਹੱਲ ਕਰਕੇ ਦੇ ਦਿੰਦਾ ਕਿ ਇਹਨੂੰ ਇਸ ਤਰ੍ਹਾਂ ਕਰੇਂਗਾ, ਇਹ ਹੱਲ ਹੋ ਜਾਏਗਾ। ਇਸੇ ਤਰ੍ਹਾਂ ਜਿਹੜਾ ਆਪ ਮੁਹਾਰੇ ਤੁਰਨਾ ਠੀਕ ਹੈ, ਤੁਰ ਸਕਦਾ ਹੈ, ਪਰ ਸੌਖਾ ਨਹੀਂ ਹੋਏਗਾ, ਬੜਾ ਮੁਸ਼ਕਲ ਹੋ ਜਾਏਗਾ। ਤਾਂ ਹੀ ਅੱਜ ਬੱਚੇ ਜਿਹੜੇ ਨੇ ਉਹਨਾਂ ਨੂੰ ਦੇਖੋ, ਆਪ ਸਾਰੇ ਜਾਣਦੇ ਹੋ, ਸਕੂਲਾਂ ਦੇ ਵਿੱਚ ਪੜ੍ਹਾਉਂਦੇ ਹਾਂ, ਫਿਰ ਆਪਾਂ ਉਹਨਾਂ ਨੂੰ ਟਿਊਸ਼ਨ ਪੜ੍ਹਾਉਂਦੇ ਹਾਂ, ਕੋਚਿੰਗ ਸੈਂਟਰਾਂ ਵਿੱਚ ਭਰਤੀ ਕਰਵਾਉਂਦੇ ਹਾਂ, ਤਾਂ ਕਿ ਜੋ ਇਹਨਾਂ ਦੇ ਸਵਾਲ, ਜੋ ਪ੍ਰਸ਼ਨ ਹਨ, ਜੋ ਸਿਲੇਬਸ ਹੈ, ਅਧਿਆਪਕ ਸੌਖੇ ਤੋਂ ਸੌਖੇ ਤਰੀਕੇ ਨਾਲ ਉਹਨੂੰ ਸਮਝਾ ਸਕੇ। ਨਹੀਂ ਤਾਂ ਕਿਤਾਬਾਂ ਤਾਂ ਉਹਨਾਂ ਕੋਲ ਘਰੇ ਵੀ ਹਨ, ਪਰ ਅਧਿਆਪਕਾਂ ਕੋਲ ਕਿਉਂ ਜਾ ਰਹੇ ਨੇ? ਕਿਉਂਕਿ ਉਹ ਇੱਕ ਸਵਾਲ ਨੂੰ ਇੱਕ ਤੋਂ ਇੱਕ ਤਰੀਕੇ ਨਾਲ ਸਮਝਾ ਕੇ ਜਿੰਨਾ ਹੋ ਸਕੇ ਉਹਨੂੰ ਸੁਖਾਲਾ ਕਰਕੇ ਦਿੰਦਾ ਹੈ, ਤਾਂ ਕਿ ਬੱਚੇ ਦੀ ਸਮਝ ਵਿੱਚ ਆ ਜਾਵੇ। ਸਾਧੂਆਂ ਦੇ ਕੋਲ ਬਹਿਣਾ, ਗੁਰਮੁਖਾਂ ਦੀ ਸੰਗਤ ਕਰਨੀ ਇਸੇ ਤਰ੍ਹਾਂ ਦੀ ਹੈ, ਜੋ ਪਰਮੇਸ਼ਰ ਦੇ ਘਰ ਦਾ ਰਸਤਾ ਜਦੋਂ ਆਪ ਮੁਹਾਰੇ ਤੁਰਨ ਦੀ ਕੋਸ਼ਿਸ਼ ਕਰਦੇ ਹਾਂ, ਕਠਿਨ ਹੈ, ਪਰ ਸਾਧੂ ਗੁਰਮੁਖ ਉਹਨੂੰ ਹੋਰ ਸੁਖੈਨ ਕਰਕੇ ਦੱਸਦੇ ਨੇ, ਬੜੇ ਸੌਖੇ ਤਰੀਕੇ ਦੇ ਨਾਲ ਉਸ ਮਾਰਗ ਦੀ ਵਿਆਖਿਆ ਕਰਦੇ ਨੇ, ਪ੍ਰੈਕਟੀਕਲੀ ਤੌਰ 'ਤੇ ਕਹਿੰਦੇ ਨੇ। ਦੇਖੋ, ਵਿਆਖਿਆ ਅਸੀਂ ਵੀ ਕਰ ਦਿੰਦੇ ਹਾਂ, ਪਰ ਅਸੀਂ ਕਈ ਦਫਾ ਪ੍ਰੈਕਟੀਕਲੀ ਤੌਰ 'ਤੇ ਨਹੀਂ ਉਸ ਰਸਤੇ ਤੋਂ ਗੁਜ਼ਰੇ ਹੁੰਦੇ। ਇੰਝ ਕਹਿ ਲਓ, ਜਿਵੇਂ ਕਿਸੇ ਸ਼ਹਿਰ ਦੇ ਬਾਰੇ ਵਿੱਚ ਨੈੱਟ ਤੋਂ ਪੜ੍ਹ ਲੈਣਾ ਅਤੇ ਕਿਸੇ ਨੇ ਪੁੱਛਣਾ ਜੀ ਫਲਾਣਾ ਸ਼ਹਿਰ ਕਿਵੇਂ ਦਾ ਹੈ? ਮੇਰੇ ਵਰਗੇ ਨੇ ਨੈੱਟ ਤੋਂ ਦੀਆਂ ਤਸਵੀਰਾਂ ਵੇਖੀਆਂ, ਕਹਿ ਦਿੱਤਾ ਜੀ ਉਹ ਬੜਾ ਸੋਹਣਾ ਹੈ, ਉੱਥੇ ਨਦੀਆਂ ਨੇ, ਉੱਥੇ ਪਹਾੜ ਨੇ, ਬੜਾ ਰਮਣੀਕ ਨਜ਼ਾਰਾ ਹੈ, ਦੁਨੀਆ ਉੱਥੇ ਘੁੰਮਣ ਗਈ ਹੋਈ ਹੈ, ਇਸ ਤਰ੍ਹਾਂ ਹੈ, ਉਸ ਤਰ੍ਹਾਂ ਹੈ। ਪਰ ਇੱਕ ਬੰਦਾ ਉਸ ਸ਼ਹਿਰ ਜਾ ਕੇ ਆਇਆ, ਉਹ ਬੰਦਾ, ਮੁਲਕ ਦੀ ਗੱਲ ਕਰ ਲਵਾਂ ਤਾਂ ਜਿਵੇਂ ਆਪਾਂ ਕਦੀ ਬਾਹਰ ਮੁਲਕ ਗਏ ਨਾ ਹੋਈਏ, ਪਰ ਦੁਨੀਆ ਦੇ ਵਿੱਚ ਸੁਣਦੇ ਬਹੁਤ ਕੁਛ ਆ, ਫਲਾਣਾ ਮੁਲਕ ਇਸ ਤਰ੍ਹਾਂ ਦਾ, ਉਹਦੇ ਕਾਇਦੇ ਕਾਨੂੰਨ ਇਸ ਤਰ੍ਹਾਂ ਦੇ, ਉੱਥੇ ਆਹ ਸੁੱਖ ਹੈ, ਉੱਥੇ ਉਹ ਸੁੱਖ ਹੈ, ਅਸੀਂ ਵੀ ਦੱਸ ਦਿੰਦੇ ਹਾਂ, ਪਰ ਗਏ ਨਹੀਂ। ਸੋ ਇਸੇ ਤਰ੍ਹਾਂ ਜਦੋਂ ਜਿਹੜਾ ਗਿਆ ਹੈ, ਉਹ ਜਦੋਂ ਦੱਸੇਗਾ, ਉਹ ਬੜੇ ਸੁਖੈਨ ਤਰੀਕੇ ਦੇ ਨਾਲ ਦੱਸੇਗਾ, ਉਹਦਾ ਪ੍ਰੈਕਟੀਕਲ ਜਿਉਂਦਾ ਉਹਦੇ ਮਗਰ। ਸੋ ਗੁਰਮੁਖ ਉਸ ਰਸਤੇ ਤੋਂ ਪਰਮਾਤਮਾ ਦੇ ਗੁਜ਼ਰੇ ਨੇ, ਉਹਨਾਂ ਨੇ ਪ੍ਰੈਕਟੀਕਲੀ ਤੌਰ 'ਤੇ ਰਾਹ ਵਿੱਚ ਆਉਂਦੀਆਂ ਰੁਕਾਵਟਾਂ ਨੂੰ ਵੇਖਿਆ,
ਰਾਹ ਵਿੱਚ ਆਉਂਦੇ ਸੋਹਣੇ ਦ੍ਰਿਸ਼ ਵੀ ਉਹਨਾਂ ਨੇ ਤੱਕੇ ਨੇ, ਉਹਨਾਂ ਦੀ ਵਿਆਖਿਆ ਵਿੱਚ ਬੜਾ ਫਰਕ ਹੋਏਗਾ, ਅਸੀਂ ਦੇਖਿਆ ਨਹੀਂ ਹੋਏਗਾ। ਸੋ ਇਸ ਕਰਕੇ ਜ਼ਿਕਰ ਕਰਦੇ ਨੇ ਭਾਈ ਸਾਹਿਬ ਜੀ ਕਿ ਉਹ ਭਗਤੀ ਦਾ ਸੌਖਾ ਸੁਖਾਲਾ ਮਾਰਗ ਜਿਹੜਾ ਗੁਰਮੁਖ ਦੱਸਦੇ ਹਨ। ਗੁਰਮੁਖ ਹੰਸਾਂ ਢਾਲ ਰਸਿਕ ਰਸਾਲੀਐ। ਗੁਰਮੁਖਾਂ ਦੀ ਚਾਲ ਜਿਹੜੀ ਹੰਸਾਂ ਦੇ ਵਾਂਗੂ ਹੈ ਤੇ ਰਸਕ ਰਸਾਲੀ ਹੈ। ਉਹ ਸਦਾ ਉਸ ਪ੍ਰੇਮੀਆਂ ਦੇ ਪ੍ਰੇਮੀ ਹਨ ਤੇ ਰਸਾਂ ਦਾ ਘਰ ਹਨ। ਰਸਕ ਰਸਾਲੀ ਹੈ ਭਾਵ ਰਸ ਆਲੀ ਹੈ, ਜਿਵੇਂ ਕਹਿ ਦਈਏ ਉਹ ਰਸਾਂ ਦਾ ਘਰ ਹਨ। ਉਹਨਾਂ ਦੀ ਚਾਲ ਜਿਹੜੀ ਹੈ ਉਹ ਹੰਸਾਂ ਦੇ ਵਾਂਗੂ ਹੈ, ਭਾਵ ਉਹ ਸੰਸਾਰ ਦੇ ਵਿੱਚ ਜਿਵੇਂ ਹੰਸ ਦੁੱਧ ਤੇ ਪਾਣੀ ਨੂੰ ਅਲੱਗ-ਅਲੱਗ ਕਰਦਾ ਹੈ, ਗੁਰਮੁਖ ਇਸੇ ਤਰ੍ਹਾਂ ਤੱਤ ਵਿਮੋਚਨ ਕਰਦੇ ਹਨ। ਤਨੋਂ ਮਨੋਂ ਪ੍ਰੇਮੀ ਹੋ ਕੇ ਪ੍ਰੇਮ ਕਰਦੇ ਨੇ। ਉਹ ਜਦੋਂ ਗੁਰੂ ਨਾਲ ਪ੍ਰੇਮ ਕਰਦੇ ਤਨ ਮਨ ਤੋਂ ਕਰਦੇ, ਜਦੋਂ ਪਰਮਾਤਮਾ ਦੀ ਸਾਜੀ ਇਸ ਸ੍ਰਿਸ਼ਟੀ ਦੇ ਨਾਲ ਪ੍ਰੇਮ ਕਰਦੇ ਨੇ ਉਦੋਂ ਵੀ ਤਨ ਮਨ ਦੇ ਵਿੱਚੋਂ ਪ੍ਰੇਮ ਕਰਦੇ ਨੇ। ਉਹ ਕਿਸੇ ਸਵਾਰਥ ਵਸ ਪ੍ਰੇਮ ਨਹੀਂ ਕਰਦੇ, ਉਹ ਸੰਸਾਰ ਨੂੰ ਦਿਖਾਉਣ ਵਾਸਤੇ ਪ੍ਰੇਮ ਨਹੀਂ ਕਰਦੇ, ਕਿਉਂਕਿ ਜਿਹੜਾ ਗੁਰੂ ਨਾਲ ਪ੍ਰੇਮ ਹੈ ਨਾ, ਇਹ ਜੇ ਅਸੀਂ ਲੋਕਾਂ ਨੂੰ ਦਿਖਾਉਣ ਵਾਸਤੇ ਕਰਾਂਗੇ ਤੇ ਮਾਫ ਕਰਿਓ ਉਹਦੇ ਵਿੱਚੋਂ ਸਾਨੂੰ ਕੁਝ ਵੀ ਜਿਹੜਾ ਉਹ ਸ਼ਾਇਦ ਪ੍ਰਾਪਤ ਨਾ ਹੋਵੇ। ਸੰਸਾਰ ਦੇ ਨਾਲ ਪ੍ਰੇਮ ਜਿਹੜਾ ਉਹ ਸੰਸਾਰ ਨੂੰ ਦਿਖਾਉਣ ਵਾਸਤੇ ਕਰੋ, ਵੈਸੇ ਤੇ ਉਹ ਗਲਤ ਹੈ, ਪਰ ਫਿਰ ਵੀ ਚਲੋ ਸੰਸਾਰਿਕ ਤੌਰ ਤੇ ਆਪਾਂ ਜਿਉਂਦੇ ਹਾਂ। ਪਰ ਜਿਹੜਾ ਗੁਰੂ ਨਾਲ ਕੀਤਾ ਹੋਇਆ ਪ੍ਰੇਮ ਹੈ ਇਹ ਵਿਖਾਵਿਆਂ ਤੋਂ ਉਤਾਂਹ ਹੋ ਕੇ ਕੀਤਾ ਜਾਵੇ। ਜੋ ਪ੍ਰੇਮ ਅਸੀਂ ਗੁਰੂ ਦੇ ਸਾਹਮਣੇ ਦੁਨੀਆ ਦੇ ਸਾਹਮਣੇ ਜਾ ਕੇ ਕਰਦੇ ਹਾਂ, ਭਾਵ ਇਹ ਜੇ ਆਪਾਂ ਸੰਗਤ ਵਿੱਚ ਜਾਂਦੇ ਹਾਂ ਤੇ ਜੇ ਤਾਂ 5-10 ਸਰੀਰ ਸੰਗਤ ਵਿੱਚ ਬੈਠੇ ਨੇ ਤੇ ਆਪਣਾ ਨਮਸਕਾਰ ਕਰਨ ਦਾ ਤਰੀਕਾ, ਆਪਣਾ ਪਰਿਕਰਮਾ ਕਰਨ ਦਾ ਤਰੀਕਾ ਬਹੁਤ ਅਲੱਗ ਹੋਏਗਾ। ਜੇ ਕੋਈ ਨਹੀਂ ਬੈਠਾ ਫਿਰ ਬਿਲਕੁਲ ਹੀ ਅਲੱਗ ਹੋਏਗਾ। ਸੋ ਇਸੇ ਤਰ੍ਹਾਂ ਕਈ ਵਾਰ ਹੁਣ ਗੁਰੂ ਕੇ ਪਿਆਰੇ ਸੇਵਾਵਾਂ ਨਿਭਾਉਣ ਵਾਲੇ, ਜੇ ਤਾਂ ਸੰਗਤ ਬੈਠੀ ਪਾਠ ਕਰਨ ਦੇ ਵਿੱਚ ਬਹੁਤ ਮਿਠਾਸ ਬੜਾ ਪਿਆਰ ਹੋਏਗਾ, ਤੇ ਜੇ ਕੋਈ ਨਹੀਂ ਸੁਣਦਾ ਪਿਆ, ਜਿਹੜਾ ਪਾਠ ਉਹਨਾਂ ਨੇ ਅੱਧੇ ਘੰਟੇ 'ਚ ਕਰਨਾ ਉਹ 10 ਮਿੰਟਾਂ 'ਚ ਹੀ ਕਰ ਜਾਂਦੇ ਨੇ। ਸੋ ਇਹ ਪ੍ਰੇਮ ਜਿਹੜਾ ਹੈ ਦਿਖਾਵੇ ਮਾਤਰ ਨਾ ਹੋਵੇ। ਜਿਸ ਤਰ੍ਹਾਂ ਵੀ ਗੁਰੂ ਕੀ ਹਜ਼ੂਰੀ ਹੈ, ਭਾਵੇਂ ਉੱਥੇ ਕੋਈ ਬੈਠਾ ਹੈ ਕੋਈ ਨਹੀਂ, ਗੁਰੂ ਦੇ ਨਾਲ ਪ੍ਰੇਮ ਇੱਕੋ ਤਰ੍ਹਾਂ ਦਾ ਰਹੇ। ਸੋ ਇਸ ਲਈ ਭਾਈ ਸਾਹਿਬ ਕਹਿੰਦੇ ਜਿਹੜੇ ਗੁਰਮੁਖ ਹਨ ਨਾ, ਉਹਨਾਂ ਦੀ ਚਾਲ ਹੰਸਾਂ ਵਰਗੀ ਹੈ। ਹੰਸ ਬਹੁਤ ਸੋਹਣੀ ਚਾਲ ਚੱਲਦਾ ਤੇ ਇੱਕੋ ਚਾਲ ਚੱਲਦਾ ਹੈ। ਉਹ ਜਿਵੇਂ ਕਹਿ ਲਓ ਤੇਜ਼ ਘੱਟ ਇਸ ਤਰ੍ਹਾਂ ਦੀ ਚਾਲ ਨਹੀਂ ਚੱਲਦਾ, ਉੱਡਦਾ ਵੀ ਹੈ ਤੇ ਬੜੀ ਸੋਹਣੀ ਰਫ਼ਤਾਰ ਦੇ ਨਾਲ ਉੱਡਦਾ ਹੈ। ਸੋ ਇਸ ਤਰ੍ਹਾਂ ਉਹ ਤੱਤ ਵਿਮੋਚਨ ਕਰਦਾ ਹੈ, ਦੁੱਧ ਪਾਣੀ ਨੂੰ ਅਲੱਗ ਕਰਦਾ ਹੈ। ਗੁਰਮੁਖਾਂ ਦੀ ਐਸੀ ਚਾਲ ਹੈ ਜਿਹਨੂੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਚਾਲ ਨਿਰਾਲੀ ਭਗਤਾ ਕੇਰੀ ਬਿਖ ਮਾਰਗ ਚੱਲਣਾ। ਉਹਨਾਂ ਦੀ ਨਿਰਾਲੀ ਚਾਲ ਹੈ, ਤਨੋਂ ਮਨੋਂ ਹੋ ਕੇ ਪ੍ਰੇਮ ਕਰਦੇ ਹਨ। ਫਿਰ 15ਵੀਂ ਪੌੜੀ ਦੇ ਅੰਦਰ ਮੂਲ ਮੰਤਰ ਜੋ ਪੜ੍ਹਦੇ ਹਾਂ, ਗੁਹਜ ਭੇਦ ਸਮਝਾਉਂਦੇ ਹਨ ਭਾਈ ਸਾਹਿਬ ਜੀ। ਕਹਿੰਦੇ ਨੇ ਏਕਾ ਏਕੰਕਾਰ ਲਿਖ ਦੇ ਖਾਲਿਆ। ਕਰਤੇ ਅਕਾਲ ਪੁਰਖ ਪਰਮੇਸ਼ਰ ਨੇ ਸਰਗੁਣ ਸਰੂਪ ਹੋ ਕੇ, ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਸਰੂਪ ਹੋ ਕਰਕੇ ਏਕਾ ਏਕੰਕਾਰ, ਜੋ ਇੱਕ ਓੰਕਾਰ ਦੇ ਅੱਗੇ ਏਕਾ ਹੈ, ਜੋ ਗਿਣਤੀ ਦਾ ਏਕਾ ਲਾਇਆ ਹੈ ਸਤਿਗੁਰਾਂ ਨੇ। ਕੋਈ ਈੜੀ ਸਿਹਾਰੀ ਕੱਕਾ ਨਹੀਂ ਲਿਖਿਆ ਜਾਂ ਈੜੀ ਸਿਹਾਰੀ ਕੱਕੇ ਔਂਕੜ ਨਹੀਂ ਲਿਖਿਆ, ਗਿਣਤੀ ਦਾ ਇੱਕ ਲਿਖਿਆ ਜਿਸ ਦਾ ਅਰਥ ਕੇਵਲ ਇੱਕ ਹੀ ਬਣੇਗਾ, ਉਸ ਤੋਂ ਵੱਧ ਉਹਦਾ ਅਰਥ ਨਹੀਂ ਹੋਏਗਾ। ਜੇ ਗਿਣਤ ਅੱਖਰਾਂ ਦੇ ਵਿੱਚ ਈੜੀ ਨੂੰ ਸਿਹਾਰੀ ਕੱਕਾ ਜਾਂ ਕੱਕੇ ਨੂੰ ਔਂਕੜ ਜਾਂ ਕੱਕੇ ਨੂੰ ਸਿਹਾਰੀ ਇੰਝ ਵੱਖ-ਵੱਖ ਰੂਪ ਲਿਖਦੇ, ਉਹਦੇ ਬੜੇ ਅਰਥ ਦੁਨੀਆ ਨੇ ਕਰ ਲੈਣੇ ਸਨ ਤੇ ਵੱਖ-ਵੱਖ ਆਪੋ ਆਪਣੀ ਸਮਝ ਅਨੁਸਾਰ ਕਰਨੇ ਸਨ। ਤੇ ਹੋ ਸਕਦਾ ਕੋਈ ਸਾਡੇ ਵਰਗਾ ਉਹਦਾ ਅਰਥ ਆਪਣੇ ਸਵਾਰਥ ਵਾਸਤੇ ਵੀ ਕਰ ਜਾਂਦਾ, ਪਰ ਗੁਰੂ ਨਾਨਕ ਗੁਰੂ ਬਾਬਾ ਨੇ ਇੱਕ ਲਿਖਿਆ ਹੈ। ਸੋ ਅੱਜ ਇਸ ਪੌੜੀ 'ਚ ਭਾਈ ਸਾਹਿਬ ਕਹਿੰਦੇ ਏਕਾ ਏਕੰਕਾਰ ਲਿਖ ਦੇ ਖਾਲਿਆ। ਏਕੇ ਦੇ ਵਿੱਚ ਇੱਕ ਦਾ ਸਰੂਪ ਜਿਹੜਾ ਸੀ ਉਹ ਲਿਖ ਕੇ ਦਿਖਾਇਆ ਹੈ। ਉਸ ਕਰਤੇ ਅਦੁੱਤੀ ਪਰਮਾਤਮਾ ਦਾ ਇੱਕ ਸਰੂਪ ਜਿਹੜਾ ਹੈ ਜੋ ਅਦੁੱਤੀ ਹੈ, ਸਾਰੇ ਰੂਪ ਰੇਖ ਰੰਗ ਚੱਕਰ ਚਿੰਨ ਭੇਦਾਂ ਵਰਨਾ ਆਦਿਕਾਂ ਤੋਂ ਰਹਿਤ ਹੈ। ਫਿਰ ਊੜਾ ਓੰਕਾਰ ਪਾਸ ਬਹਾਲਿਆ। ਊੜੇ ਦੇ ਵਿੱਚੋਂ ਓੰਕਾਰ ਇਹ ਸ਼ਬਦ ਜਿਹੜਾ ਸੀ ਪਾਸ ਬਹਾਲਿਆ, ਇਹਦਾ ਇਹ ਵੀ ਅਰਥ ਹੈ ਇੱਕ ਦੇ ਪਾਸ ਬਿਠਾ ਦਿੱਤਾ। ਪਹਿਲਾਂ ਇੱਕ ਲਿਖਿਆ ਫਿਰ ਊੜਾ, ਉਹ ਊੜਾ ਜਿਹੜਾ ਸੀ ਇੱਕ ਦੇ ਕੋਲ ਰੱਖਿਆ ਲਿਆ ਕੇ। ਫਿਰ ਦੂਸਰਾ ਉਹ ਊੜੇ ਨੂੰ ਹੋੜਾ ਹੈ, ਉਸ ਤੋਂ ਓੰਕਾਰ ਸ਼ਬਦ ਹੈ ਤਾਂ ਓੰਕਾਰ ਨੂੰ ਇੱਕ ਦੇ ਕੋਲ ਲਿਆ ਕੇ ਬਿਠਾ ਦਿੱਤਾ, ਭਾਵ ਉਹ ਇੱਕ ਜੋ ਹੈ ਉਹ ਓੰਕਾਰ ਅਕਾਲ ਪੁਰਖ ਪਰਮੇਸ਼ਰ ਜਿਹੜਾ ਉਹਦੇ ਨਾਲ ਲਿਆ ਕਰਕੇ ਅਭੇਦ ਕਰ ਦਿੱਤਾ। ਉਹ ਪਹਿਲਾਂ ਵੀ ਅਭੇਦ ਹੈ
ਪਰ ਇੱਥੇ ਜੋ ਸਮਝਾਉਂਦੇ ਹਨ ਕਾਫੀ ਇਹਦਾ ਗਹਿਰਾਈ ਦੇ ਵਿੱਚ ਅਰਥ ਹੈ। ਸੋ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਲਿਖਿਆ, ਫਿਰ ਉਹ ਓਮ ਸ਼ਬਦ ਜਿਹੜਾ ਸੀ, ਜਿਹਨੂੰ ਦੁਨੀਆ ਓਮ ਕਰਕੇ ਜਪਦੀ ਸੀ, ਅੱਜ ਵੀ ਧਿਆਨ ਕਰਦੇ ਨੇ ਹਿੰਦੂ ਧਰਮ ਦੇ ਲੋਕ, ਪਰ ਉਸ ਓਮ ਨੂੰ ਇੱਥੇ ਨਹੀਂ, ਉਹ ਓਮ ਸ਼ਬਦ ਪੜ੍ਹਦੇ ਨੇ, ਪਰ ਗੁਰੂ ਨਾਨਕ ਨੇ ਓੰਕਾਰ ਦੀ ਵਿਆਖਿਆ ਕੀਤੀ ਹੈ। ਉਸ ਓੰਕਾਰ ਨੂੰ ਇੱਕ ਦੇ ਨਾਲ ਲਿਆ ਕਰਕੇ ਜੋੜ ਦਿੱਤਾ ਕਿ ਦੁਨੀਆ ਦੇ ਲੋਕੋ, ਤੁਸੀਂ ਸਿਰਫ ਓਮ ਸ਼ਬਦ ਪੜ੍ਹ ਰਹੇ ਹੋ, ਤੁਸੀਂ ਓਮ ਜਪ ਰਹੇ ਹੋ, ਤੁਸੀਂ ਓੰਕਾਰ ਜਪੋ ਤੇ ਉਹਦੇ ਨਾਲ ਇੱਕ ਕਰਤੇ ਪਰਮੇਸ਼ਰ ਨਾਲ ਜੁੜੋ। ਤੁਸੀਂ 33 ਕਰੋੜ ਦੇਵਤੇ ਸਾਜ ਕੇ ਵੱਖ-ਵੱਖ ਪੂਜਾ ਦੇ ਅੰਦਰ ਲੱਗੇ ਹੋਏ ਹੋ। ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੋਲ ਬਿਠਾ ਦਿੱਤਾ, ਸਤਨਾਮ ਕਰਤਾਰ ਨਿਰਭਉ ਭਾਲਿਆ। ਤੇ ਸਤਨਾਮ ਜੋ ਸੱਚਾ ਨਾਮ ਹੈ, ਜਿਹਨੂੰ ਬਾਣੀ ਅੰਦਰ ਬਚਨ ਪੜ੍ਹਦੇ ਹਾਂ, ਕੀਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਪੂਰਬਲਾ। ਸੋ ਉਹ ਸੱਚਾ ਨਾਮ ਤੇ ਕਰਤਾਰ, ਕਰਤਾ ਅਕਾਲ ਪੁਰਖ ਪਰਮੇਸ਼ਰ ਜੋ ਸ੍ਰਿਸ਼ਟੀ ਦਾ ਕਰਤਾ ਹੈ, ਨਿਰਭਉ ਭਾਲਿਆ, ਤੇ ਜੋ ਨਿਰਭਉ ਹੈ, ਜੋ ਭਉ ਤੋਂ ਰਹਿਤ ਹੈ, ਇਸ ਤਰ੍ਹਾਂ ਉਹਨੂੰ ਜਾਣ ਕੇ ਓੰਕਾਰ ਦੇ ਪਾਸ ਲਿਆ ਕਰਕੇ ਬਹਾਲਿਆ, ਬਿਠਾ ਦਿੱਤਾ ਹੈ, ਭਾਲਿਆ ਉਹਨੂੰ ਖੋਜਿਆ, ਪ੍ਰਾਪਤ ਕੀਤਾ ਹੈ। ਨਿਰਵੈਰਹੁ ਜੈਕਾਰ ਅਜੂਨ ਅਕਾਲਿਆ। ਫਿਰ ਉਹ ਕੈਸਾ ਹੈ ਪਰਮਾਤਮਾ ਜਿਹੜਾ ਨਿਰਵੈਰ ਹੈ, ਉਹਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਹੈ। ਤੇ ਜੈਕਾਰ, ਜੋ ਜੈ ਭਾਵ ਜਿਸ ਦੀ ਸਦਾ ਹੀ ਜੈ ਹੈ, ਫਿਰ ਜੈ ਜਿਹੜਾ ਸਦਾ ਹੀ ਜਿੱਤ ਨੂੰ ਪ੍ਰਾਪਤ ਕਰਦਾ ਹੈ, ਜੋ ਕਦੀ ਕਿਸੇ ਤੋਂ ਹਾਰਦਾ ਨਹੀਂ ਹੈ। ਫਿਰ ਮੂਰਤ, ਜਿਸ ਦੀ ਸੱਚੀ ਮੂਰਤ ਹੈ, ਅਜੂਨੀ ਹੈ, ਅਜੋਨ ਭਾਵ ਜੋ ਜੂਨਾ ਤੋਂ ਰਹਿਤ ਹੈ, ਸਹਿ ਭੰਗ ਸਵਤः ਹੀ ਹੈ, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਅਤੇ ਅਕਾਲਿਆ, ਉਹ ਕਾਲ ਤੋਂ ਰਹਿਤ ਹੈ, ਅਜੂਨ ਹੈ, ਜੂਨਾ ਤੋਂ ਰਹਿਤ ਹੈ, ਅਕਾਲ ਹੈ, ਉਹ ਕਾਲ ਦੀ ਹੱਦ ਵਿੱਚ ਨਹੀਂ, ਉਹ ਮੌਤ ਦੀ ਹੱਦ ਵਿੱਚ ਨਹੀਂ ਹੈ, ਉਹ ਸਮੇਂ ਦੀ ਹੱਦ ਤੋਂ ਵੀ ਪਰੇ ਹੈ, ਉਹਨੂੰ ਕਿਸੇ ਸਮੇਂ ਦੇ ਵਿੱਚ ਵੀ ਲਿਆ ਕਰਕੇ ਬੰਨਿਆ ਨਹੀਂ ਜਾ ਸਕਦਾ। ਸੱਚ ਨਿਸ਼ਾਨ ਅਪਾਰ ਜੋਤ ਉਜਾਲਿਆ। ਫਿਰ ਜ਼ਿਕਰ ਕਰਦੇ ਉਸ ਦਾ ਨਿਸ਼ਾਨ ਪਰਵਾਨ ਹੈ, ਅਪਾਰ ਹੈ ਤੇ ਸੱਚਾ ਹੈ। ਨਿਸ਼ਾਨ ਇੱਕ ਮੋਹਰ ਅਰਥ ਦੇ ਅੰਦਰ ਵੀ ਹੁੰਦਾ, ਉਸ ਦੀ ਜੋ ਮੋਹਰ ਹੈ, ਉਸ ਦੀ ਜੋ ਨਿਸ਼ਾਨੀ ਹੈ, ਉਹ ਸੱਚੀ ਹੈ, ਮਿਟੀ ਨਹੀਂ ਜਾ ਸਕਦੀ। ਭਾਵੇਂ ਉਹਨੇ ਸਾਡੇ ਜੀਵਾਂ ਦੇ ਮਸਤਕ ਦੇ ਉੱਤੇ ਨਿਸ਼ਾਨੀ ਲਾਈ, ਇਹਨੂੰ ਮਿਟਿਆ ਨਹੀਂ ਜਾ ਸਕਦਾ, ਕਰਮਾਂ ਦੀ ਨਿਸ਼ਾਨੀ। ਫਿਰ ਨਿਸ਼ਾਨ ਦਾ ਅਰਥ ਹੁੰਦਾ ਹੁਕਮ, ਉਹਦਾ ਹੁਕਮ ਜਿਹੜਾ ਹੈ ਉਹ ਟਾਲਿਆ ਨਹੀਂ ਜਾ ਸਕਦਾ, ਉਹਦਾ ਹੁਕਮ ਜਿਹੜਾ ਉਹ ਸੱਚਾ ਹੈ। ਜੁਗਾਂ ਜੁਗਾਂਤਰਾਂ ਤੋਂ ਉਹਦਾ ਹੁਕਮ ਜਿਹੜਾ ਇਸ ਸ੍ਰਿਸ਼ਟੀ ਦੇ ਅੰਦਰ ਵਰਤਦਾ ਹੈ। ਫਿਰ ਸੱਚਾ ਵੀ ਹੈ ਅਤੇ ਨਾਲ ਉਹਦਾ ਹੁਕਮ ਜਿਹੜਾ ਅਪਾਰ ਹੈ। ਸੋ ਸਾਰੇ ਪਾਸੇ ਉਸੇ ਦੀ ਜੋਤੀ ਦਾ ਪ੍ਰਕਾਸ਼ ਹੈ। ਆ ਜਿਤਨੇ ਸਰੀਰ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਬਚਨ ਕਹਿੰਦੇ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਜੋਤ ਉਜਾਲਿਆ, ਸਾਰੇ ਭਾਵੇਂ ਸੂਰਜ ਹੈ, ਤਾਰੇ ਨੇ, ਚੰਦ ਹਨ, ਇਹ ਮਨੁੱਖ ਹਨ, ਸਾਰਿਆਂ ਦੇ ਅੰਦਰ ਉਹਦੀ ਜੋਤ ਦਾ ਪ੍ਰਕਾਸ਼ ਹੈ। 5 ਅੱਖਰ ਪਰਵਾਨ, 5 ਅੱਖਰ ਉਪਕਾਰ, ਨਾਮ ਸੰਭਾਲਿਆ। ਫਿਰ ਇਹ 5 ਅੱਖਰ ਜਿਹੜੇ ਹਨ, ਇਹਨਾਂ ਦੇ ਵਿੱਚ ਉਸ ਕਰਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਾਮ ਨੂੰ ਸੰਭਾਲਿਆ ਹੈ। ਇਹ 5 ਅੱਖਰ ਕਿਹੜੇ ਹਨ? ਸਭ ਤੋਂ ਪਹਿਲਾਂ ਇੱਕ, ਫਿਰ ਓੰਕਾਰ। ਓੰਕਾਰ ਦੇ ਵਿੱਚ 4 ਅੱਖਰ ਆ ਗਏ, ਊੜੇ ਹੋੜਾ ਇੱਕ ਅੱਖਰ ਹੋ ਗਿਆ, ਐੜੇ ਟਿੱਪੀ ਦੂਸਰਾ ਅੱਖਰ ਹੋ ਗਿਆ, ਫਿਰ ਕੱਕੇ ਕੰਨਾ ਤੇ ਰਾਰਾ। ਜੇ ਅਸੀਂ ਇਹਨਾਂ ਨੂੰ ਮਾਤਰਾ ਤੋਂ ਰਹਿਤ ਕਰ ਲਈਏ ਤਾਂ ਊੜਾ, ਐੜਾ, ਕੱਕਾ ਅਤੇ ਰਾਰਾ, ਤੇ ਇੱਧਰ ਇੱਕ। ਸੋ ਇਸ ਤਰ੍ਹਾਂ ਇਹ 5 ਅੱਖਰ ਜਿਹੜੇ ਨੇ, ਤਾਂ ਭਾਈ ਸਾਹਿਬ ਜੀ ਕਹਿੰਦੇ ਨੇ ਇਹ ਪ੍ਰਵਾਨ ਹਨ, ਇਹ ਉਪਕਾਰ ਕਰਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹਨਾਂ 5 ਅੱਖਰਾਂ ਦੇ ਅੰਦਰ ਨਾਮ ਨੂੰ ਸੰਭਾਲਿਆ ਹੈ। ਕਈ ਗੁਰਮੁਖ ਪਿਆਰੇ ਜਿਹੜੇ ਨੇ ਉਹ ਇੱਕ ਓੰਕਾਰ ਦਾ ਵੀ ਜਾਪ ਕਰਦੇ ਨੇ, ਇਹਦੇ 'ਚ ਕੋਈ ਸ਼ੱਕ ਸ਼ੰਕਾ ਨਹੀਂ ਹੈ, ਕਿਉਂਕਿ ਇਹਨਾਂ 5 ਅੱਖਰਾਂ ਦੇ ਅੰਦਰ ਵੀ ਪਰਮਾਤਮਾ ਦੀ ਸ਼ਕਤੀ, ਪਰਮਾਤਮਾ ਦੀ ਰਹਿਮਤ, ਉਹਦਾ ਸਮੁੱਚਾ ਨਾਮ ਜਿਹੜਾ ਉਹ ਆ ਕਰਕੇ ਵਸਿਆ ਹੈ, ਇੱਕ ਓੰਕਾਰ। ਸੋ ਸਾਰਿਆਂ ਦੀ ਆਪੋ ਆਪਣੀ ਮਨਸਾ ਭਾਵਨਾ ਹੈ। ਬੇਸ਼ੱਕ ਗੁਰੂ ਕੇ ਸਿੱਖ ਨੂੰ 5 ਪਿਆਰਿਆਂ ਨੇ ਸੰਪੂਰਨ ਮੂਲ ਮੰਤਰ ਅਤੇ ਗੁਰਮੰਤਰ ਦਾ ਜਾਪ ਬਖਸ਼ਿਆ, ਪਰ ਫਿਰ ਵੀ ਕਈ ਭਾਵਨਾ ਵਾਲੇ ਗੁਰਸਿੱਖ ਜਿਹੜੇ ਨੇ ਐਸੇ ਵੇਖੇ ਨੇ ਜਿਹੜੇ ਕੇਵਲ ਇੱਕ ਓੰਕਾਰ, ਇੱਕ ਓੰਕਾਰ, ਇੱਕ ਓੰਕਾਰ ਇਸ ਤਰ੍ਹਾਂ ਵੀ ਜਾਪ ਕਰਦੇ ਨੇ। ਕੋਈ ਤੁਰਦਿਆਂ ਫਿਰਦਿਆਂ ਸੰਪੂਰਨ ਮੂਲ ਮੰਤਰ ਦਾ ਪਾਠ ਵੀ ਕਰਦੇ ਨੇ। ਕੁਝ ਐਸੇ ਨੇ ਜਿਹੜੇ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਓੰਕਾਰ ਸਤਿਗੁਰ ਪ੍ਰਸਾਦ,
ਇਸ ਤਰ੍ਹਾਂ ਵੀ ਜਪਦੇ ਨੇ। ਸੋ ਕੋਈ ਸ਼ੰਕਾ ਨਹੀਂ ਇਹਦੇ ਵਿੱਚ ਵੀ ਇਸ ਤਰ੍ਹਾਂ ਕਿਉਂ ਜਪਦੇ ਨੇ, ਇਹ ਤੇ ਅੱਧਾ ਹੋ ਗਿਆ, ਐਸਾ ਕੋਈ ਸ਼ੰਕਾ ਨਹੀਂ ਕਰਨਾ। ਸੋ ਇੱਥੇ ਵੀ ਭਾਈ ਸਾਹਿਬ ਜੀ ਨੇ ਕਿਹਾ ਹੈ, 5 ਅੱਖਰ ਉਪਕਾਰ ਨਾਮ ਸੰਭਾਲਿਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹਨਾਂ 5 ਅੱਖਰਾਂ ਦੇ ਅੰਦਰ ਇੰਨਾ ਵੱਡਾ ਉਪਕਾਰ ਕੀਤਾ ਹੈ ਸਾਡੇ ਤੇ ਕਿ ਨਾਮ ਸੰਭਾਲਿਆ, ਪਰਮੇਸ਼ਰ ਦਾ ਨਾਮ ਇਹਨਾਂ 5 ਅੱਖਰਾਂ ਦੇ ਵਿੱਚ ਜਿਹੜਾ ਉਹ ਟਿਕਾ ਦਿੱਤਾ ਹੈ। ਫਿਰ ਸੰਪੂਰਨ ਮੂਲ ਮੰਤਰ ਦਾ ਵੀ ਇੱਥੇ ਗੁਹਜ ਭਾਵ ਜਿਹੜਾ ਇਹਨਾਂ 5 ਅੱਖਰਾਂ ਦੇ ਅੰਦਰ ਸਮਾਇਆ ਹੋਇਆ ਹੈ। ਪਰਮੇਸ਼ਰ ਸੁਖ ਸਾਰ ਨਦਰ ਨਿਹਾਲਿਆ। ਫਿਰ ਜ਼ਿਕਰ ਕਰਦੇ ਨੇ ਉਹ ਪਰਮੇਸ਼ਰ ਜਿਹੜਾ ਹੈ ਉਹ ਸੁਖ ਸਾਰ, ਉਹ ਸਾਰੇ ਸੁੱਖਾਂ ਦਾ ਸਾਰ ਹੈ, ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਤੇ ਨਦਰ ਨਿਹਾਲਿਆ, ਉਹਦੀ ਨਦਰ ਦੇ ਨਾਲ ਹਰ ਇੱਕ ਜੀਵ ਜਿਹੜਾ ਉਹ ਮੁਕਤ ਹੋ ਜਾਂਦਾ। ਉਹ ਕੌਣ? ਪਰਮੇਸ਼ਰ, ਗੁਰੂ ਨਾਨਕ ਪਾਤਸ਼ਾਹ, ਜਿਨ੍ਹਾਂ ਨੇ ਮੂਲ ਮੰਤਰ ਦੀ ਬਖਸ਼ਿਸ਼ ਜਿਹੜੀ ਹੈ ਆਪਾਂ ਨੂੰ ਕੀਤੀ ਹੈ। ਸੋ ਹਰ ਗੁਰਸਿੱਖ ਨੂੰ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਗੁਰ ਮੰਤਰ, ਮੂਲ ਮੰਤਰ ਦਾ ਅਭਿਆਸ ਜ਼ਰੂਰ ਕਰਨਾ ਚਾਹੀਦਾ ਹੈ। ਜਦੋਂ ਸਮੇਂ ਦੇ 2.5 ਘੰਟਿਆਂ ਦਾ ਦਸਵੰਧ ਸਿੱਖ ਕੱਢਦਾ ਹੈ, ਉਹਦੇ ਵਿੱਚ ਸਾਰਿਆਂ ਦੀ ਆਪੋ ਆਪਣੀ ਭਾਵਨਾ ਹੈ। ਕੁਝ ਸਿੱਖ ਨਿਤਨੇਮ, ਸ਼ਾਮ ਨੂੰ ਸੋਦਾ ਰਹਿਰਾਸ ਸਾਹਿਬ ਦਾ ਪਾਠ, ਰਾਤ ਨੂੰ ਸੋਹਿਲਾ ਸਾਹਿਬ ਦੀ ਬਾਣੀ, ਇਹ ਸਾਰੇ ਤੋਂ ਬਾਅਦ ਜਿਹੜਾ ਸਮਾਂ ਬਚਦਾ ਹੈ ਉਹ ਸਮਾਂ, ਕਿਉਂਕਿ 2.5 ਘੰਟੇ 24 ਘੰਟਿਆਂ ਦਾ ਦਸਵੰਧ ਬਣਦਾ ਹੈ, ਉਹਦੇ ਦਰਮਿਆਨ ਹੁਣ ਆਰਾਮ ਦੇ ਨਾਲ, ਬੜੇ ਪਿਆਰ ਦੇ ਨਾਲ 5 ਬਾਣੀਆਂ ਦਾ ਨਿਤਨੇਮ ਕਰੋ ਤਾਂ ਤਕਾਜ਼ਨ ਕੋਈ 45 ਮਿੰਟ ਦਾ ਸਮਾਂ ਲੱਗਦਾ ਹੈ। 20-25 ਮਿੰਟ, ਅੱਧਾ ਘੰਟਾ ਵੀ ਗੁਰਮੁਖ ਪਿਆਰੇ ਸੋਦਰ ਦਾ ਪਾਠ ਕਰਦੇ ਨੇ, 10 ਮਿੰਟ ਸੋਹਿਲਾ ਸਾਹਿਬ ਦੀ ਬਾਣੀ। ਉਸ ਤੋਂ ਬਾਅਦ ਕਿਸੇ ਕੋਲ 50 ਮਿੰਟ ਬਚਦੇ, ਕਿਸੇ ਕੋਲ 40 ਮਿੰਟ ਬਚਦੇ, ਕਿਸੇ ਕੋਲ ਅੱਧਾ ਘੰਟਾ ਬਚਦਾ ਹੈ। ਸੋ 2.5 ਘੰਟਿਆਂ ਦੇ ਵਿੱਚੋਂ ਬਚਿਆ ਹੋਇਆ ਸਮਾਂ ਕੁਝ ਗੁਰਮੁਖ ਪਿਆਰੇ ਸੁਖਮਣੀ ਸਾਹਿਬ ਦਾ ਪਾਠ ਕਰਦੇ ਨੇ, ਕੋਈ ਆਸਾ ਕੀ ਵਾਰ ਦਾ ਪਾਠ ਕਰਦੇ ਨੇ, ਕੋਈ ਹੋਰ ਬਾਣੀਆਂ ਦਾ ਪਾਠ ਕਰਦੇ ਨੇ। ਸਾਰੇ ਮੁਬਾਰਕ ਨੇ, ਕਿਸੇ ਨੂੰ ਕੋਈ ਉਲਾਮਾ ਨਹੀਂ ਹੈ, ਪਰ ਫਿਰ ਵੀ ਵੱਧ ਤੋਂ ਵੱਧ ਸਮਾਂ ਜਿਹੜਾ ਇਸ ਦਸਵੰਧ ਦੇ ਵਿੱਚ ਉਹ ਸਾਨੂੰ ਜੋ ਹੁਕਮ ਮੂਲ ਮੰਤਰ ਤੇ ਗੁਰ ਮੰਤਰ 5 ਪਿਆਰਿਆਂ ਨੇ ਤਾਂ ਦਿੱਤਾ, ਤੂੰ ਨਿਤਨੇਮ ਵੀ ਕਰਨਾ ਹੈ ਤੇ ਨਾਲ ਨਾਲ ਮੂਲ ਮੰਤਰ ਗੁਰ ਮੰਤਰ ਦੀ ਕਮਾਈ ਵੀ ਕਰਨੀ ਹੈ। ਸੋ ਬਾਕੀ ਦਾ ਸਮਾਂ ਹਰ ਗੁਰਸਿੱਖ ਯਤਨ ਕਰਿਆ ਕਰੇ, ਜਿੰਨਾ ਹੋ ਸਕੇ ਗੁਰ ਮੰਤਰ ਤੇ ਮੂਲ ਮੰਤਰ ਦਾ ਜਾਪ ਕਰੇ। ਸੋ ਇਸੇ ਪੌੜੀ ਦੇ ਅੰਦਰ ਇਸ ਲਈ ਭਾਈ ਸਾਹਿਬ ਜੀ ਨੇ ਇਹੀ ਸਮਝਾਇਆ ਹੈ ਕਿ 5 ਅੱਖਰਾਂ ਦੇ ਵਿੱਚ ਗੁਰੂ ਨਾਨਕ ਨੇ ਸਾਡੇ ਤੇ ਉਪਕਾਰ ਕੀਤਾ। ਪਰਮੇਸ਼ਰ ਸਾਰੇ ਸੁੱਖਾਂ ਦਾ ਸਾਰ ਖਜ਼ਾਨਾ ਹੈ ਤੇ ਆਪਣੀ ਨਜ਼ਰ ਦੇ ਨਾਲ ਨਿਹਾਲਦਾ ਹੈ। 9 ਅੰਗ ਸੁਨ ਸੁਮਾਰ ਸੰਗ ਨਿਰਾਲਿਆ। ਇਹ ਫਿਰ ਜਿਹੜੇ 9 ਅੱਖਰ ਹਨ, ਭਾਵ ਮੂਲ ਮੰਤਰ ਦੇ ਅੰਦਰ ਜਦੋਂ ਵੱਖ-ਵੱਖ ਕਰਕੇ ਗਿਣਾਂਗੇ, ਇੱਕ ਫਿਰ ਉਹ ਜਦੋਂ ਓੰਕਾਰ ਸ਼ਬਦ ਹੈ ਤਾਂ ਉਹਨੂੰ ਇੱਕ ਦੇ ਵਿੱਚ ਜਦੋਂ ਗਿਣਾਂਗੇ 2 ਹੋ ਜਾਂਦੇ। ਫਿਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਸ ਤਰ੍ਹਾਂ ਅਲੱਗ-ਅਲੱਗ ਹਿੱਸੇ ਕਰਕੇ 9ਵੀਂ ਗੁਰਮੁਖਾਂ ਨੇ ਇਹਦੀ ਗਿਣਤੀ ਕੀਤੀ ਹੈ। ਪਰ ਇੱਥੇ ਇੱਕ ਦਲੀਲ ਦੇ ਕੇ ਸਮਝਾਉਂਦੇ ਨੇ ਕਿ ਜਿਵੇਂ ਇੱਕ ਹੈ ਤੇ ਗਿਣਤੀ 1 ਤੋਂ ਲੈ ਕੇ 9 ਤੱਕ ਹੈ। ਜਦੋਂ ਆਪਾਂ ਸੰਸਾਰ ਵਿੱਚ ਗਿਣਤੀ ਗਿਣਦੇ ਹਾਂ 1 2 3 4 5 6 7 8 9, ਉਸ ਤੋਂ ਅੱਗੇ 0 ਆ ਜਾਂਦੀ ਹੈ। ਹੁਣ ਇਹ ਗਿਣਤੀ ਦੇ ਜਿਹੜੇ 9 ਅੱਖਰ ਨੇ, ਇਹਨਾਂ ਨੂੰ ਵਧਾਉਣਾ ਹੈ ਤਾਂ ਇਹਨਾਂ ਦੇ ਨਾਲ 0 ਚੱਲਦੀ ਹੈ। ਬਿੰਦੀ ਜਿਹੜੀ ਹੈ ਸ਼ੁਮਾਰ ਗਿਣਤੀ ਜਦੋਂ ਇਹਨਾਂ ਨਾਲ ਲੱਗਦੀ, ਸ਼ੁਮਾਰ ਰੂਪ ਦੇ ਵਿੱਚ ਹੋ ਜਾਂਦੇ ਨੇ ਨਿਹਾਲੇ। ਇਹਨਾਂ ਦੀ ਗਿਣਤੀ ਵੱਧਦੀ ਜਾਂਦੀ ਹੈ। 1 ਦੇ ਅੱਗੇ 0 ਲਾਓ 10, 1 0 ਹੋਰ ਲਾਓ 100, ਫਿਰ 0 ਲਾ ਦਿਓ 1000, ਫਿਰ 0 ਲਾ ਦਿਓ 10,000 ਲੱਖ, ਇਸ ਤਰ੍ਹਾਂ ਚੱਲਦਾ ਜਾਏਗਾ। ਜੇ 0 ਬਿਲਕੁਲ ਇਕੱਲੀ ਹੈ ਤਾਂ ਉਹਦੀ ਆਪਣੀ ਕੋਈ ਵੈਲਿਊ ਨਹੀਂ। 0 ਭਾਵੇਂ 100 ਲਿਖ ਦਿਓ, ਉਹਨਾਂ ਦੀ ਕੋਈ ਵੈਲਿਊ ਨਹੀਂ। ਪਰ 0 ਦੇ ਅੱਗੇ 1 ਲੱਗ ਜੇ, 2 ਲੱਗ ਜੇ, ਕੋਈ ਇਹਨਾਂ 9 ਅੱਖਰਾਂ 'ਚੋਂ ਲੱਗ ਜਾਏ ਤਾਂ 0ਾਂ ਦੀ ਕੀਮਤ ਪੈ ਜਾਂਦੀ। ਤੇ ਇਹਨਾਂ 9 ਅੱਖਰਾਂ ਦੀ ਗਿਣਤੀ ਦਾ ਵਾਧਾ ਜਿਹੜਾ ਉਹ 0ਾਂ ਦੇ ਨਾਲ ਹੋਏਗਾ। ਸੋ ਇਸ ਤਰ੍ਹਾਂ ਇੱਥੇ ਸਮਝਾਉਂਦੇ ਨੇ ਕਿ 9 ਅੱਖਰ ਜਿਹੜੇ ਹਨ, 9 ਅੰਗ ਸੁਨ ਸੁਮਾਰ ਸੰਗ ਨਿਰਾਲਿਆ। ਸੋ ਇਸ ਤਰ੍ਹਾਂ ਇਹ 9 ਅੱਖਰ ਜਿਹੜੇ 1 ਤੋਂ ਲੈ ਕੇ ਤੇ ਇਹਨਾਂ ਦੇ ਨਾਲ ਬਿੰਦੀ ਸ਼ੁਮਾਰ ਗਿਣਤੀ ਦੇ ਨਾਲ ਜਦੋਂ ਲੱਗਦੀ, ਇਹ ਨਿਹਾਲੇ ਜਾਂਦੇ ਹਨ, ਭਾਵ ਇਹਨਾਂ ਦੀ ਗਿਣਤੀ ਜਿਹੜੀ ਵੱਧਦੀ ਹੈ। ਸੋ ਇਸੇ ਤਰ੍ਹਾਂ ਸਤਿਗੁਰਾਂ ਨੇ ਜਦੋਂ ਸਿੱਖ ਨੂੰ ਬਾਣੀ ਦਿੱਤੀ, ਨਾਲ ਫਿਰ ਮੂਲ ਮੰਤਰ ਦਾ ਗੁਰ ਮੰਤਰ ਦਾ ਜਾਪ ਦਿੱਤਾ। ਇੰਝ ਕਹਿ ਲਓ, ਜਦੋਂ ਸੁਰਤ ਦੇ ਟਿਕਾ ਦੇ ਨਾਲ ਜਿਵੇਂ ਜਿਵੇਂ ਜਪਦਾ ਜਾਂਦਾ ਹੈ ਉਵੇਂ ਜਿਵੇਂ 1 ਦੇ ਨਾਲ 1 0 ਲਾ ਦਿਓ, 2 ਲਾ ਦਿਓ, 3 ਲਾ ਦਿਓ, 4 ਲਾ ਦਿਓ, ਗਿਣਤੀ ਵੱਧਦੀ ਜਾਂਦੀ।
ਜਿਵੇਂ ਜਿਵੇਂ ਸਿੱਖ ਫਿਰ ਜਪਦਾ ਜਾਂਦਾ ਹੈ, ਉਵੇਂ ਉਵੇਂ ਉਹਦੇ ਅੰਦਰ ਇਹ ਬਖਸ਼ਿਸ਼ਾਂ, ਇਹ ਰਹਿਮਤਾਂ, ਇਹ ਗਿਣਤੀਆਂ ਜਿਹੜੀਆਂ ਵੱਧਦੀਆਂ ਨੇ, ਤੇ ਇੰਨੀਆਂ ਕੁ ਵੱਧ ਜਾਂਦੀਆਂ ਹਨ, ਜਿਵੇਂ ਇੱਕ ਦੇ ਅੱਗੇ ਜੀਰੋਆਂ ਲਾਉਂਦੇ ਜਾਓ ਤਾਂ ਅੱਗੇ ਭਾਈ ਸਾਹਿਬ ਕਹਿੰਦੇ ਨੀਲ ਅਨੀਲ ਵਿਚਾਰ ਪਿਰਮ ਪਿਆਲਿਆ। ਫਿਰ ਇਹ ਗਿਣਤੀ ਜਿਹੜੀ ਨੀਲ ਤੇ ਅਨੀਲ ਤੋਂ ਅਗਾਂਹ ਚਲੀ ਜਾਂਦੀ ਹੈ। ਸੋ ਇਸ ਤਰ੍ਹਾਂ ਗੁਰਮੁਖ ਪਿਆਰੇ ਜਪਦਿਆਂ ਉਸ ਪਿਰਮ ਪਿਆਰ ਦੇ ਵਿੱਚ ਜਾ ਕੇ ਮਹਾਨ ਪ੍ਰੇਮ ਦੇ ਪਿਆਲੇ ਦੇ ਵਿੱਚ ਇੰਨੇ ਵੱਧਦੇ ਹਨ, ਇਸ ਤਰ੍ਹਾਂ ਜੁੜ ਜਾਂਦੇ ਨੇ ਕਿ ਉਹ ਵੀ ਫਿਰ ਜਪਦਿਆਂ ਜਿਵੇਂ ਲਿਖਦਿਆਂ ਨੀਲ ਅਨੀਲ ਗਿਣਤੀ, ਨੀਲ ਤੇ ਅਨੀਲ ਦਾ ਅਰਥ ਹੁੰਦਾ ਜਿਹੜੀ ਬੇਗਿਣਤ ਹੋ ਜਾਣਾ, ਤੇ ਨੀਲ ਇੱਕ ਬਹੁਤ ਵੱਡੀ ਗਿਣਤੀ ਤੱਕ ਪਹੁੰਚ ਜਾਣਾ, ਲੱਖ ਕਰੋੜ, ਉਸ ਤੋਂ ਬਾਅਦ ਚੱਲਦਿਆਂ ਅਸੰਖ, ਫਿਰ ਨੀਲ ਬਹੁਤ ਵੱਡੀ ਗਿਣਤੀ, ਤੇ ਅਨੀਲ ਜਿੱਥੇ ਗਿਣਤੀਆਂ ਦੀ ਹੱਦ ਖਤਮ ਹੋ ਜਾਵੇ। ਸੋ ਇਸ ਤਰ੍ਹਾਂ ਜਪਦਿਆਂ ਗੁਰਮੁਖ ਪਿਆਰੇ ਜਿਹੜੇ ਹਨ ਉਹ ਇਸ ਅਵਸਥਾ ਨੂੰ ਮਾਣਦੇ ਫਿਰ ਬੇਗਿਣਤ ਹੋ ਜਾਂਦੇ ਨੇ। ਇਸ ਤਰ੍ਹਾਂ ਗੁਰਮੁਖ ਰੋਮ ਰੋਮ ਹਰਿ ਧਿਆਵੈ ਦੀ ਅਵਸਥਾ ਨੂੰ ਮਾਣਦੇ ਹਨ। ਸੋ ਇਸ ਤਰ੍ਹਾਂ ਭਾਈ ਸਾਹਿਬ ਜੀ ਨੇ ਇਸ ਪਾਵਨ 15ਵੀਂ ਪੌੜੀ ਦੇ ਅੰਦਰ ਜੋ ਮੂਲ ਮੰਤਰ ਦੇ ਗੁਹਜ ਭਾਵ ਹਨ ਉਹ ਸਾਨੂੰ ਸਮਝਾਏ ਨੇ। ਭਾਵ ਇਹ ਹੈ ਕਿ ਉਸ ਕਰਤੇ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਦੇ ਨਾਲ ਓੰਕਾਰ ਲਿਖ ਕੇ ਤੇ ਉਹ ਪਰਮੇਸ਼ਰ ਦੀਆਂ ਸਾਰੀਆਂ ਬਖਸ਼ਾਂ ਜਿਹੜੀਆਂ ਇਹਦੇ ਵਿੱਚ ਸਮਾ ਦਿੱਤੀਆਂ ਹਨ। ਸੋ ਇਸ ਤਰ੍ਹਾਂ 14 ਤੇ 15 ਨੰਬਰ ਪੌੜੀ ਆਪਾਂ ਸਰਵਣ ਕੀਤੀ ਹੈ। ਹੋਈਆਂ ਭੁੱਲਾਂ ਦੀ ਖਿਮਾ। ਅਗਲੀ ਪੌੜੀ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਦੇ ਹਾਂ। ਸਾਹਿਬ ਜੀ ਸਮੱਤ ਦੀ ਦਾਤ ਬਖਸ਼ ਨਿਵਾਜਨਾ ਕਰਨ। ਨੌ ਅੰਗ ਸੁਨ ਸੁਮਾਰ ਸੰਗ ਨਿਰਾਲਿਆ, ਨੀਲ ਅਨੀਲ ਵਿਚਾਰ ਪਿਰਮ ਪਿਆਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।